ਸਤਨਾਮ ਸ਼੍ਰੀ ਵਾਹਿਗੁਰੂ ਜੀ ਦੋਹਰਾ। ਸਰਬ ਬਿਖ ਸਿਮਲ ਬਿਰਖ ਸ਼ੁਕ ਮਨ ਤਜ ਅਗਿਆਨ। ਸਤਿਗੁਰ ਚਰਨ ਰਸਾਲ ਕੋ ਸੇਵ ਸਦਾ ਸੁਖ ਮਾਨ। ਸਰਬ ਬਿਖ ਸਿਮਲ ਬਿਰਖ ਸ਼ੁਕ ਮਨ ਤਜ ਅਗਿਆਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਰੂਪ, ਗੁਰੂ ਸਵਾਰੇ, ਗੁਰੂ ਪਿਆਰੇ, ਸਤਿਗੁਰਾਂ ਦੇ ਸਾਜੇ ਨਵਾਜੇ, ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਜੀ, ਆਪ ਸਮੂਹ ਸੰਗਤਾਂ ਧੰਤਾ ਦੇ ਯੋਗ ਹੋ, ਵੱਡਿਆਂ ਭਾਗਾਂ ਵਾਲੇ ਹੋ, ਜੋ ਧੰਨ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬੇ ਕਮਾਲ, ਦੀਨ ਦੁਨੀਆ ਦੇ ਰਾਖੇ, ਲੋਕ ਪਰਲੋਕ ਦੇ ਵਿੱਚ ਪਦ ਢੱਕਣ ਵਾਲੇ ਸੱਚੇ ਪਾਤਸ਼ਾਹ ਮਹਾਰਾਜ, ਅੰਮ੍ਰਿਤ ਦੀਆਂ ਦਾਤਾਂ ਬਖਸ਼ਿਸ਼ ਕਰਕੇ ਅਮਰ ਕਰਨ ਵਾਲੇ ਆਪਣੇ ਪਿਆਰਿਆਂ ਨੂੰ, ਸਾਰੇ ਸੰਸਾਰ ਦੇ ਦੁੱਖਾਂ ਨੂੰ ਆਪਣੀ ਝੋਲੀ ਵਿੱਚ ਪਾ ਕੇ ਆਪਣੇ ਪਿਆਰਿਆਂ ਨੂੰ ਸਾਰੇ ਸੰਸਾਰ ਦੇ ਸੁੱਖ ਭਗਾਉਣ ਵਾਲੇ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਪਰਉਪਕਾਰਾਂ ਦਾ ਕਥਨ ਕੀਤਾ ਹੀ ਨਹੀਂ ਜਾ ਸਕਦਾ, ਬੇਅੰਤ ਤੋਂ ਬੇਅੰਤ ਹਨ, ਐਸੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਪਰਸਣ ਦਾ ਸੁਭਾਗ ਸਮਾਂ, ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਹ ਸੰਗਤ ਜੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਭਾਗਹੀਣ ਭਰਮ ਚੋਟਾਂ ਖਾਵੈ। ਭਾਗਾਂ ਤੋਂ ਹੀਣੇ ਜਿਹੜੇ ਹਨ ਲੋਕ, ਭਰਮਾਂ ਵਿੱਚ ਪਏ ਹੋਏ ਧੱਕੇ ਖਾਂਦੇ ਹੈ, ਪ੍ਰਾਪਤੀ ਨਹੀਂ ਹੁੰਦੀ। ਗੁਰੂ ਕੀ ਸੰਗਤ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਸੋ ਆਪ ਸਾਰੀਆਂ ਸੰਗਤਾਂ ਵਡਭਾਗੇ ਹੋ ਰਹੇ ਹੋ, ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਪਰਸ ਰਹੇ ਹੋ, ਦਰਸ਼ਨ ਕਰ ਰਹੇ ਹੋ। ਨਿਤਨੇਮ ਦੀ ਮਰਜ਼ਾਦਾ ਅਨੁਸਾਰ ਸਤਿਗੁਰਾਂ ਦੇ ਸਾਜੇ ਨਵਾਜੇ ਸਿੰਘ ਸਾਹਿਬ ਜੀ ਨੇ ਸਾਹਿਬਾਂ ਨੂੰ ਦੇਗਾਂ ਦੇ ਭੋਗ ਲਵਾਏ ਹੈ। ਉਪਰੰਤ ਹਜ਼ੂਰ ਦੇ ਪਾਵਨ ਪਵਿੱਤਰ ਤਖ਼ਤ ਸਾਹਿਬ 'ਤੇ ਜੋ ਪਿਛਲੇ ਪੈਰ ਦੇ ਦੀਵਾਨ ਸਾਈ ਦੇ, ਜਿਸ ਵਿੱਚ ਗੁਰੂ ਕੇ ਇਤਿਹਾਸ ਦੀ ਕਥਾ ਵਿਚਾਰ ਗੁਰੂ ਕੀ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ, ਤੇ ਇਸ ਦੀ ਆਰੰਭਤਾ ਹੋ ਰਹੀ ਹੈ। ਸਾਧ ਸੰਗਤ ਜੀ, ਗੁਰਬਾਣੀ ਪੜ੍ਹਨੀ, ਸੁਣਨੀ, ਗੁਰਬਾਣੀ ਦੀ ਕਥਾ ਵਿਚਾਰ ਕਰਨੀ, ਸਰਵਣ ਕਰਨੀ, ਜਿੱਥੇ ਹਰ ਗੁਰਸਿੱਖ ਵਾਸਤੇ ਅਤੀ ਜ਼ਰੂਰੀ ਹੈ, ਉੱਥੇ ਗੁਰੂ ਕਾ ਇਤਿਹਾਸ ਪੜ੍ਹਨਾ ਸੁਣਨਾ ਵੀ ਹਰ ਗੁਰਸਿੱਖ ਵਾਸਤੇ ਅਤੀ ਜ਼ਰੂਰੀ ਹੈ। ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਦਾ ਜੋ ਜੀਵਨ ਚਰਿੱਤਰ ਕੌਤਕ ਹੈ, ਇਹਦੇ ਪੜ੍ਹਨ ਸੁਣਨ ਦੇ ਨਾਲ ਗੁਰੂ ਕੇ ਖਾਲਸੇ ਦੀ, ਗੁਰੂ ਕੀ ਸਿੱਖੀ ਦੀ ਮਾਣ ਮਰਜ਼ਾਦਾ ਤੋਂ ਜਾਣੂ ਹੋਇਆ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰਾਂ ਦਾ ਇਤਿਹਾਸ ਪੜ੍ਹਨ ਸੁਣਨ ਦੇ ਨਾਲ ਮਨ ਵਿੱਚ ਪਿਆਰ ਪ੍ਰੀਤੀ ਵੱਧਦੀ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਸਾਨੂੰ ਸਿੱਖਿਆ ਪ੍ਰਾਪਤ ਹੁੰਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਜੀਵਨ ਚਰਿੱਤਰ ਕੌਤਕ ਨੂੰ ਪੜ੍ਹ ਸੁਣ ਕੇ। ਸੋ ਗੁਰੂ ਕੀਆਂ ਕਥਾ ਕਹਾਣੀਆਂ ਜਿਹੜੀਆਂ ਹਨ, ਇਹ ਵੀ ਹਰ ਗੁਰਸਿੱਖ ਵਾਸਤੇ ਪੜ੍ਹਨੀਆਂ ਸੁਣਨੀਆਂ ਜ਼ਰੂਰੀ ਹਨ। ਸੋ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਦਾ ਸਦਕਾ ਸਤਿਗੁਰਾਂ ਦੇ ਤਖ਼ਤ ਸਾਹਿਬ ਜੀ 'ਤੇ 3 ਸਮੇਂ ਕਥਾ ਦਾ ਇਹ ਪ੍ਰਵਾਹ ਚੱਲਦਾ ਹੈ। ਸਵੇਰ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਸਮੇਂ ਅਨੁਸਾਰ, ਹੁਣ ਗਰਮੀ ਦਾ ਸਮਾਂ ਚੱਲਦਾ ਹੈ, ਅਤੇ 7:30 ਤੋਂ 8:30 ਵਜੇ ਤੱਕ ਹੁੰਦੀ ਹੈ। ਦੁਪਹਿਰ ਦੇ ਸਮੇਂ ਨੂੰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਉਚਾਰਨ ਕੀਤੀ ਹੋਈ ਸ੍ਰੀ ਮੁਖਵਾਕ ਬਾਣੀ, ਦਸਮ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਥਾ ਗਿਆਨੀ ਸਿੰਘ ਜੀ ਸਾਹਿਬਾਂ ਨੂੰ ਲੰਗਰ ਦੇ ਭੋਗ ਲੱਗਣ ਤੋਂ ਉਪਰੰਤ ਸੰਗਤਾਂ ਨੂੰ ਕਥਾ ਸਰਵਣ ਕਰਵਾਉਂਦੇ ਹਨ। ਇਸੇ ਤਰ੍ਹਾਂ ਇਹ ਪਿਛਲੇ ਪੈਰ ਦੇ, ਚੌਥੇ ਪੈਰ ਦੇ ਜੋ ਦੀਵਾਨ ਸਾਜਦੇ ਹੈ, ਸਾਹਿਬਾਂ ਨੂੰ ਦੇਗਾਂ ਦੇ ਭੋਗ ਸਿੰਘ ਸਾਹਿਬ ਜੀ ਲਵਾ ਦਿੰਦੇ, ਉਪਰੰਤ ਗੁਰ ਇਤਿਹਾਸ ਦੀ ਕਥਾ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ, ਜਿਸ ਦੀ ਆਰੰਭਤਾ ਹੋ ਰਹੀ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ
ਦੀਨ ਦੁਨੀਆ ਦੇ ਮਾਲਕ ਦੀ ਕਥਾ ਸਾਧ ਸੰਗਤ ਜੀ ਚੱਲ ਰਹੀ ਹੈ। ਕੱਲ ਆਪ ਜੀ ਨੇ ਸਰਵਣ ਕੀਤਾ ਸੀਗਾ ਕਿ ਏਮਨਾਬਾਦ ਜਿਹੜਾ ਸ਼ਹਿਰ ਹੈ, ਸੋ ਸੈਦਪੁਰ ਆਦਿਕ ਦੀ ਲੁੱਟ ਜਿਹੜੀ ਹੈ ਇਹ ਕਿਵੇਂ ਹੋਈ, ਕਿਵੇਂ ਲੋਕ ਆਪਣੇ ਘਰ-ਬਾਰ ਢੱਠਿਆਂ ਨੂੰ, ਗਿਰਿਆਂ ਨੂੰ, ਉਜੜਿਆਂ ਨੂੰ ਦੇਖ ਕੇ ਰੋਂਦੇ ਹੈ, ਕਿਸ ਤਰ੍ਹਾਂ ਆਪਣੇ ਪਰਿਵਾਰ ਦੇ ਜੀਆਂ ਨੂੰ, ਮਰਿਆਂ ਹੋਇਆਂ ਨੂੰ ਦੇਖ ਕੇ ਪਿੱਟਦੇ, ਸਿਆਪੇ ਕਰਦੇ ਹੈ, ਰੋਂਦੇ ਹੈ। ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਰੇ ਲੋਕਾਂ ਨੂੰ ਉਪਦੇਸ਼ ਦਿੱਤਾ ਸੀ, ਭਾਈ ਅੱਜ ਤੁਸੀਂ ਇਹਨਾਂ ਨੂੰ ਰੋ ਰਹੇ ਹੋ, ਕਦੀ ਤੁਸੀਂ ਮਨ ਵਿੱਚ ਵਿਚਾਰਿਆ ਵੀ ਤੁਹਾਨੂੰ ਕੌਣ ਰੋਵੇਗਾ? ਆਪਣੇ ਆਪਣੇ ਧੰਦਿਆਂ ਨੂੰ, ਆਪਣੇ ਆਪਣੇ ਸੁੱਖਾਂ ਨੂੰ ਸਾਰੀ ਦੁਨੀਆ ਰੋਂਦੀ ਹੈ, ਕੋਈ ਕਿਸੇ ਨੂੰ ਰੋਂਦਾ ਨਹੀਂ ਹੈ। ਸੋ ਇਸ ਵਾਸਤੇ ਇਹ ਸੰਸਾਰ ਕਿਹੋ ਜਿਹਾ ਹੈਗਾ, ਜਿਵੇਂ ਗਾਵਾਂ ਇਕੱਠੀਆਂ ਕਰਕੇ, ਗਾਵਾਂ ਦਾ ਚਰਵਾਹਾ ਤੇ ਉਹ ਦਰਿਆ ਦੇ ਕਿਨਾਰੇ ਜਾਂ ਜੰਗਲ ਵਿੱਚ ਲੈ ਜਾਂਦਾ, ਉਹਨੂੰ ਚਾਰਦਾ ਹੈ। ਸ਼ਾਮਾਂ ਪੈਂਦੀਆਂ ਉਹ ਗਾਵਾਂ ਫਿਰ ਵਾਪਸ ਜਿਨ੍ਹਾਂ ਜਿਨ੍ਹਾਂ ਦੀਆਂ ਹੁੰਦੀਆਂ ਉਹਨਾਂ ਦੇ ਘਰੇ ਉਹ ਤੋਰ ਦਿੰਦਾ ਹੈਗਾ, ਛੱਡ ਆਉਂਦਾ ਹੈ। ਇਸੇ ਤਰ੍ਹਾਂ ਪਰਮੇਸ਼ਵਰ ਘਰ ਹੈ, ਜੀਵ ਗਾਵਾਂ ਹਨ, ਕਰਮ ਜਿਹੜੇ ਆ ਚਾਰਦੇ ਫਿਰਦੇ ਆ ਜੀਵ ਨੂੰ, ਤੇ ਸੰਸਾਰ ਜਿਹੜਾ ਇਹ ਜੰਗਲ ਹੈ, ਇੱਥੇ ਆਪਣੇ ਭੋਗ ਭੋਗ ਕੇ ਇਹ ਜੀਵ ਵਾਪਸ ਆਪਣੇ ਘਰ ਨੂੰ ਪਰਤ ਜਾਂਦਾ ਹੈ। ਮਹਾਰਾਜ ਨੇ ਇਹ ਸ਼ਬਦ ਸਾਧ ਸੰਗਤ ਜੀ ਆਸਾ ਰਾਗ ਦੇ ਵਿੱਚ ਉਚਾਰਨ ਕੀਤਾ ਸੀਗਾ। ਨਾਲ 29ਵਾਂ ਅਧਿਆਇ ਜਿਹੜਾ ਸੀਗਾ ਉਸ ਦੀ 28ਵੇਂ ਦੀ ਸਮਾਪਤੀ ਹੋਈ ਸੀ ਤੇ 29ਵੀਂ ਦੀ ਅੱਜ ਆਰੰਭਤਾ ਹੋ ਰਹੀ ਹੈ। ਨਿਤਨੇਮ, ਮਰਜ਼ਾਦਾ, ਕਾਇਦੇ, ਨਿਯਮ ਇਹ ਪੰਥ ਵਿੱਚ ਅਤੀ ਜ਼ਰੂਰੀ ਹਨ। ਜੋ ਕਾਵਿ ਦੀ ਪਰੰਪਰਾ ਹੈ ਉਹਦੇ ਮੁਤਾਬਕ ਜਦ ਵੀ ਅਧਿਆਇ ਆਰੰਭ ਹੁੰਦਾ ਹੈ ਤੇ ਮੰਗਲ ਕੀਤਾ ਜਾਂਦਾ ਹੈ। ਸੋ ਮਰਜ਼ਾਦਾ ਅਨੁਸਾਰ ਇਸ ਗ੍ਰੰਥ ਦੇ ਕਰਤਾ ਮਹਾਕਵੀ ਭਾਈ ਸੰਤੋਖ ਸਿੰਘ ਜੀ ਮੰਗਲ ਕਰਦੇ ਹੈ ਗੁਰੂ ਕੇ ਚਰਨਾਂ ਦਾ। ਸਾਧ ਸੰਗਤ ਜੀ ਪਹਿਲੇ ਵੀ ਦਾਸ ਨੇ ਕਈ ਵਾਰ ਬੇਨਤੀ ਕੀਤੀ ਹੈ ਕਿ ਗੁਰੂ ਕੇ ਚਰਨ ਹਨ ਕੀ, ਕੋਈ ਸੋਨੇ ਦੇ ਘੜੇ ਹੋਏ ਨਹੀਂ ਹਨ, ਕੋਈ ਸੰਗਮਰਮਰ ਦੇ ਨਹੀਂ ਹਨ, ਕੋਈ ਮਾਸ ਦੇ ਨਹੀਂ ਹਨ, ਹੱਡੀਆਂ ਦੇ ਨਹੀਂ ਹਨ, ਇੱਟਾਂ ਦੇ, ਚੂਨੇ ਦੇ ਆਦਿਕ ਨਹੀਂ ਹਨ, ਹੀਰੇ ਜਵਾਹਰਾਤਾਂ ਦੇ ਵੀ ਬਣੇ ਹੋਏ ਨਹੀਂ ਹਨ ਗੁਰੂ ਕੇ ਚਰਨ। ਫਿਰ ਚਰਨ ਹੈ ਕੀ ਹੈ ਗੁਰੂ ਕੇ? ਆ ਜਿੰਨੀ ਵੀ ਗੁਰਬਾਣੀ ਹੈ ਸਾਧ ਸੰਗਤ ਜੀ ਸਾਰੀ ਗੁਰੂ ਕੇ ਚਰਨ ਹਨ। ਜੇ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਹੈ ਤੇ ਗੁਰਬਾਣੀ ਰੂਪ ਚਰਨਾਂ ਦਾ ਆਸਰਾ ਤੱਕਣਾ ਪਵੇਗਾ, ਚਰਨ ਪਕੜਨੇ ਪੈਣਗੇ ਗੁਰਬਾਣੀ ਸਰੂਪ। ਗੁਰਬਾਣੀ ਹੀ ਗੁਰੂ ਕੇ ਚਰਨ ਹਨ। ਸੋ ਗੁਰੂ ਕੇ ਚਰਨਾਂ ਦਾ ਮੰਗਲ ਕਰਦੇ ਹਨ ਮਹਾਕਵੀ ਭਾਈ ਸੰਤੋਖ ਸਿੰਘ ਜੀ। ਔਰ ਇਹ ਸੈਦਪੁਰ ਦੀ ਜਿਹੜੀ ਲੁੱਟ ਹੈ ਏਮਨਾਬਾਦ ਦੀ, ਲੋਕ ਜਿਵੇਂ ਉਜੜੇ, ਹਾਹਾਕਾਰ ਮੱਚੀ ਹੋਈ, ਇਸ ਤੋਂ ਅੱਗੇ ਦਾ ਪ੍ਰਸੰਗ ਨਾਲ ਹੀ ਆਰੰਭ ਹੋ ਰਿਹਾ ਹੈ। ਸਰਦਾ ਭਾਵਨਾ ਦੇ ਸਾਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਅੱਜ ਦੁਪਹਿਰ ਨੂੰ ਵੀ ਸਾਧ ਸੰਗਤ ਜੀ ਗੁਰੂ ਕੇ ਤਖਤ ਸਾਹਿਬ ਜੀ ਤੇ ਮਹਾਨ ਪਵਿੱਤਰ ਆਤਮਾ ਸ਼੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਸਾਹਿਬ ਜੀ ਗੁਰਦੁਆਰਾ ਲੰਗਰ ਸਾਹਿਬ ਵਾਲਿਆਂ ਦੀ ਬਰਸੀ ਸਾਲਾਨਾ ਤਖਤ ਸਾਹਿਬ ਵੱਲੋਂ ਮਨਾਈ ਗਈ ਸੀਗੀ। ਮਹਾਂਪੁਰਖ ਲੰਗਰ ਸਾਹਿਬ ਵਾਲੇ ਸੰਗਤਾਂ ਸਹਿਤ ਪਹੁੰਚੇ ਸਨ। ਸੋ ਉਹਨਾਂ ਦੀ ਵੀ ਅੱਜ ਉਚੇਚੇ ਤੌਰ 'ਤੇ ਬਰਸੀ, ਕਿਉਂਕਿ ਜਿਹੜੇ ਮਹਾਂਪੁਰਖ ਕਰ ਗੁਜ਼ਰਦੇ ਹੈ ਦੇਸ਼ ਵਾਸਤੇ, ਕੌਮ ਵਾਸਤੇ, ਸੰਗਤਾਂ ਵਾਸਤੇ, ਇਸੇ ਤਰ੍ਹਾਂ ਪਰਉਪਕਾਰ ਜਿਹੜੇ ਕਰਕੇ ਜਾਂਦੇ ਆ ਉਹਨਾਂ ਨੂੰ ਹਰ ਸਮੇਂ ਹੀ ਯਾਦ ਕੀਤਾ ਜਾਂਦਾ ਹੈ। ਸੋ ਅੱਜ ਮਹਾਂਪੁਰਖਾਂ ਦੀ ਬਰਸੀ ਵੀ ਮਨਾਈ ਗਈ ਸੀਗੀ। ਲੰਗਰ ਸਾਹਿਬ ਵਾਲੇ ਮਹਾਂਪੁਰਖ ਸਾਰੇ ਸੰਗਤਾਂ ਸਹਿਤ ਆਏ। ਕਥਾ ਦੀ ਆਰੰਭਤਾ ਹੋ ਰਹੀ ਹੈ। ਮਨ ਬਿਰਤੀਆਂ ਕਾਗਰ ਕਰ ਸਰਵਣ ਕਰੀਏ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦੋਹਰਾ। ਸਰਬ ਬਿਖ ਸਿਮਲ ਬਿਰਖ ਸ਼ੁਕ ਮਾਨ ਤਜ ਅਗਿਆਨ। ਸੋ ਭਾਈ ਸਾਹਿਬ ਜੀ ਕਥਨ ਕਰਦੇ ਆ ਭਈ ਇਹ ਮਨੁੱਖ ਜਿਹੜੇ ਤੇਰੇ ਵਿੱਚ ਵਿਸ਼ੇ ਵਿਕਾਰ ਹਨ ਨਾ, ਇਹ ਸਿੰਬਲ ਰੁੱਖ ਵਰਗੇ ਹਨ। ਜਿਵੇਂ ਸਿੰਬਲ ਦੇ ਉੱਤੇ ਤੋਤਾ ਜਾ ਕੇ ਬੈਠਦਾ ਹੈ
ਨਾ ਉਹਦਾ ਫਲ ਕਿਸੇ ਕੰਮ ਦਾ, ਨਾ ਫੁੱਲ ਕਿਸੇ ਕੰਮ ਦੇ। ਫਲ ਫਿੱਕੇ, ਫੁੱਲ ਬਕ ਬਕੇ, ਕੰਮ ਨਾ ਆਵੇ ਪੱਤ, ਕੁਛ ਵੀ ਨਹੀਂ ਉਹਦਾ ਕੰਮ ਆਉਂਦਾ। ਅਤੇ ਤੋਤਾ ਜਿਹੜਾ ਹੈ ਉਹਦੇ ਫਲਾਂ ਨੂੰ ਟੁੱਕ ਟੁੱਕ ਕੇ ਸੁੱਟਦਾ ਹੈ। ਇਸੇ ਤਰ੍ਹਾਂ ਮਨ ਤੋਤਾ ਹੈ। ਵਿਸ਼ੇ ਵਿਕਾਰ ਜਿਹੜੇ ਨੇਗੇ ਇਹ ਸਰੀਰ ਰੂਪ ਸਿੰਬਲ ਦੇ ਉੱਤੇ ਇਹ ਫੁੱਲ ਤੇ ਫਲ ਲੱਗੇ ਹੋਏ ਹੈ, ਅਤੇ ਇਹ ਕਿਸੇ ਕੰਮ ਦੇ ਨਹੀਂ ਹਨ। ਵਿਸ਼ੇ ਵਿਕਾਰ ਜਿਹੜੇ ਹਨ, ਮਨਾਂ ਜੀ ਦੇ ਪਿੱਛੇ ਤੂੰ ਭੱਜਾ ਫਿਰਦਾ ਹੈ। ਸਰੀਰ ਤੇਰਾ ਸਿੰਬਲ ਹੈ, ਵਿਸ਼ੇ ਵਿਕਾਰ ਫਲ ਫੁੱਲ ਲੱਗੇ ਹੋਏ ਆ, ਮਨ ਟੁਕ ਟੁਕ ਸੁੱਟੀ ਜਾਂਦਾ, ਕਿਸੇ ਕੰਮ ਦਾ ਨਹੀਂ ਹੈ। ਸੋ ਸਾਧ ਸੰਗਤ ਜੀ, ਤਰਨਤਾਰਨ ਸਾਹਿਬ ਜੀ ਦੇ ਪਾਸ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਬੜਾ ਮਸ਼ਹੂਰ ਨਗਰ ਹੈ ਸਰਹਾਲੀ ਕਲਾਂ। ਪਿੰਡਰਾਂ ਵਾਲੇ ਮਹਾਂਪੁਰਖ ਵੱਡੇ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਸਾਲ ਵਿੱਚ 1 ਮਹੀਨਾ ਉੱਥੇ ਰਹਿ ਕੇ ਸੰਗਤਾਂ ਨੂੰ ਕਥਾ ਸਰਵਣ ਕਰਵਾਇਆ ਕਰਦੇ ਸੀ ਜਥੇ ਸਾਹਿਤ। 10ਵੇਂ ਪਾਤਸ਼ਾਹ ਦੀ ਬਾਣੀ ਦੀ ਕਥਾ ਤੇ ਸੰਥਿਆ ਸਵੇਰ ਦੀ ਪ੍ਰਸ਼ਾਦੇ ਦੀ ਹਾਜ਼ਰੀ ਭਰ ਕੇ 10 ਕੁ ਵਜੇ ਤਕਰੀਬਨ ਹੋਇਆ ਕਰਦੀ, ਅਤੇ ਵਿਦਿਆਰਥੀ ਪੜ੍ਹਨ ਵਾਲੇ ਹੀ ਹਾਜ਼ਰ ਹੋਇਆ ਕਰਦੇ। ਦਾਸ ਬਾਲ ਅਵਸਥਾ ਦੇ ਵਿੱਚ ਸੀਗਾ, ਪਰ ਸਾਰਾ ਉਹ ਨਕਸ਼ਾ ਯਾਦ ਹੈ। ਇੱਕ ਸਿੰਘ ਨੇ ਪੁੱਛਿਆ, ਮਹਾਰਾਜ ਇਹ ਜੀਵ ਕਾਮ ਦੇ ਪਿੱਛੇ ਭੱਜਾ ਫਿਰਦਾ, ਦਾ ਸਵਾਦ ਕੀ ਹੈ? ਕਿਉਂਕਿ ਮਹਾਂਪੁਰਖਾਂ ਨੂੰ ਕੋਈ ਜੇ ਸਵਾਲ ਕਰੇ ਵਿਦਿਆਰਥੀ ਅਤੇ ਉਹਦਾ ਯੋਗ ਉੱਤਰ ਨਾ ਦਿੱਤਾ ਜਾਵੇ ਅਤੇ ਉਹ ਸਹਿੰਸਾ ਨਿਵਰਤ ਨਹੀਂ ਹੁੰਦਾ, ਅਤੇ ਵਿਦਿਆਰਥੀ ਜਿਹੜਾ ਸਹਿੰਸੇ ਵਿੱਚ ਪਿਆ ਹੋਏ ਦੀ ਸਰਦਾ ਵੀ ਘਟ ਜਾਂਦੀ ਹੈ। ਅਤੇ ਮਹਾਂਪੁਰਖ ਉਸ ਵੇਲੇ ਕਹਿਣ ਲੱਗੇ, ਕਾਕਾ ਸਿੰਘਾ, ਇਹ ਕਾਮ ਦਾ ਸਵਾਦ ਕੁੱਤੇ ਦੀ ਹੱਡੀ ਵਰਗਾ ਸਵਾਦ ਹੈ। ਜਿਵੇਂ ਕੁੱਤਾ ਹੱਡੀ ਸੁੱਕੀ ਚੱਬਦਾ ਹੈਗਾ, ਅਤੇ ਉਹ ਸੁੱਕੀ ਹੱਡੀ ਚੱਬਦਾ, ਉਹਦੇ ਮੂੰਹ ਵਿੱਚ ਉਹ ਹੱਡੀ ਵੱਜਦੀ ਹੈ, ਅਤੇ ਲਹੂ ਉਹਦਾ ਕੁੱਤੇ ਦਾ ਆਪਦਾ ਹੀ ਨਿਕਲਦਾ, ਅਤੇ ਉਹਨੂੰ ਕਰਾਰੀ ਲੱਗਦੀ ਹੱਡੀ, ਉਹ ਲਹੂ ਤੇ ਆਪਦਾ ਹੀ ਹੁੰਦਾ ਉਹਦੇ ਮੂੰਹ ਦਾ। ਇਹ ਸਵਾਦ ਹੈ। ਭਾਵ ਕਹਿਣ ਤੋਂ ਜਿਹੜੇ ਵਿਸ਼ੇ ਵਿਕਾਰ ਹਨ ਸਾਧ ਸੰਗਤ ਜੀ, ਉਹ ਕੁੱਤੇ ਦੀ ਹੱਡੀ ਵਾਂਗੂ ਆਪਣੇ ਭੋਗ ਭੋਗਣ ਵਾਂਗੂ ਆਪਣੇ ਸਰੀਰ ਦਾ ਹੀ ਨੁਕਸਾਨ ਕਰਾਉਣਾ, ਉਲਟਾ ਬੇਪਤੀ ਅਲੱਗ ਹੁੰਦੀ ਸੰਸਾਰ ਦੇ ਵਿੱਚ। ਇਸ ਵਾਸਤੇ ਕਵੀ ਜੀ ਕਥਨ ਕਰਦੇ ਆ, ਮਨਾ ਤੇਰਾ ਸਰੀਰ ਹੈ ਸਿੰਬਲ ਰੁੱਖ, ਉੱਚਾ ਲੰਬਾ, ਤੈਨੂੰ ਵਿਸ਼ੇ ਵਿਕਾਰਾਂ ਰੂਪੀ ਫਲ ਲੱਗੇ ਹੋਏ ਹੈ। ਮਨ ਜਿਹੜਾ ਤੇਰਾ ਹੈ ਤੋਤਾ ਬਣ ਕੇ ਇਹਨਾਂ ਵਿਸ਼ੇ ਵਿਕਾਰ ਰੂਪੀ ਫਲਾਂ ਅਤੇ ਫੁੱਲਾਂ ਨੂੰ ਟੁਕ ਟੁਕ ਸੁੱਟੀ ਜਾਂਦਾ, ਜੋ ਕਿਸੇ ਕੰਮ ਦੇ ਨਹੀਂ ਹਨ। ਸਤਿਗੁਰ ਚਰਨ ਰਸਾਲ ਕੋ ਸੇਵ ਸਦਾ ਸੁਖ ਮਾਨ। ਤੇ ਜੇ ਸੁਖ ਮਾਣਨਾ ਚਾਹੁੰਦਾ, ਆਨੰਦ ਭੋਗਣਾ ਚਾਹੁੰਦਾ ਹੈ, ਗੁਰਾਂ ਦੇ ਚਰਨਾਂ ਦਾ ਆਸਰਾ ਪਕੜ ਲੈ। ਗੁਰੂ ਕੇ ਚਰਨ ਜਿਹੜੇ ਹਨ ਸਾਰੇ ਰਸਦਾਇਕ ਫਲ ਹਨ। ਜਿੰਨੇ ਵੀ ਸੰਸਾਰ ਦੇ ਰਸਦਾਇਕ ਫਲ ਹੈ, ਚਾਹੇ ਉਹ ਅੰਗੂਰ ਹੈ, ਅੰਬ ਹੈ, ਜੋ ਵੀ ਰਸਦਾਇਕ ਫਲ ਹਨ ਉਹ ਅਨਾਖਾਂ ਹਨ, ਬੱਗੂ ਗੋਸ਼ਾ ਹੈ, ਜਿਤਨੇ ਵੀ ਸੋ ਸੇਬ ਆਦਿਕ, ਇਹ ਸ਼ੁਭ ਗੁਣਾ ਰੂਪੀ ਫਲ ਰਸਦਾਇਕ ਗੁਰੂ ਦੇ ਚਰਨਾਂ ਵਿੱਚੋਂ ਮਨ ਰੂਪਿਆ ਤੋਤਿਆ ਤੈਨੂੰ ਪ੍ਰਾਪਤ ਹੋਣੇ ਹੈ। ਵਿਸ਼ੇ ਵਿਕਾਰ ਦੇ ਸਿੰਬਲ ਦੇ ਫਲ ਤੇ ਫੁੱਲ ਤੈਨੂੰ ਕਿਸੇ ਕੰਮ ਨਹੀਂ ਆਉਣੇ। ਇਹ ਫਲ ਰਸਦਾਇਕ ਚੂਸੇਗਾ ਗੁਰੂ ਕੇ ਚਰਨਾਂ ਦੇ ਅੰਮ੍ਰਿਤ ਸਰੂਪ ਸ਼ੁਭ ਗੁਣਾ ਰੂਪੀ, ਅਤੇ ਜਿਸ ਸ਼ੁਭ ਗੁਣਾ ਦੇ ਰਸ ਨੂੰ ਚਖਣ ਕਰਕੇ ਤੈਨੂੰ ਆਨੰਦ ਦੀ ਪ੍ਰਾਪਤੀ ਵੀ ਹੋਵੇਗੀ, ਤੇਰੀ ਸੋਭਾ ਜਸ ਵਡਿਆਈ ਵੀ ਹੋਵੇਗਾ। ਸ਼੍ਰੀ ਬਾਲਾ ਸੰਧੂਰ ਵਾਚ। ਬਾਬਾ ਬਾਲਾ ਸਾਹਿਬ ਜੀ ਸੰਦਰ ਭਾਵ ਸੰਧੂ ਤੋਂ ਹੈ, ਸੰਧੂ ਗੋਦ ਦੇ ਜੱਟ ਹੋਏ ਬਾਬਾ ਬਾਲਾ ਜੀ। ਅਤੇ ਇਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਖਡੂਰ ਸਾਹਿਬ ਦੀ ਪਾਵਨ ਨਗਰੀ ਵਿੱਚ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਰਵਣ ਕਰਵਾ ਰਹੇ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਇਹ ਸਾਰੀ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਬਾਬਾ ਬਾਲਾ ਸਾਹਿਬ ਜੀ ਨੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੂੰ ਅਤੇ ਸੰਗਤਾਂ ਨੂੰ ਸਰਵਣ ਕਰਵਾਈ। ਭਾਈ ਪੈੜਾ ਜੀ ਅਤੇ ਭਾਈ ਮੋਖਾ ਜੀ ਜਿਹੜੇ ਸੀਗੇ ਉਹ ਲਿਖਾਰੀ ਹੋ ਕੇ ਲਿਖਣ ਲੱਗ ਪਏ ਨਾਲ ਨਾਲ। ਇਸੇ ਤਰ੍ਹਾਂ 10ਵੇਂ ਪਾਤਸ਼ਾਹ ਮਹਾਰਾਜ ਦੀ ਜਿਹੜੀ ਕਥਾ ਹੈ, ਜਦ ਇਸ ਸਥਾਨ 'ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕੌਤਕ ਕਰ ਗਏ, ਸਰੀਰਕ ਤੌਰ 'ਤੇ ਸਾਥੋਂ ਲੋਪ ਹੋ ਗਏ, ਇੱਥੋਂ ਸਿੰਘ ਕੁਛ ਵੈਰਾਗੀ ਹੋ ਕੇ ਪੰਜਾਬ ਦੀ ਧਰਤੀ ਨੂੰ ਚਲੇ ਗਏ, ਜਿਨ੍ਹਾਂ ਦੇ ਵਿੱਚ ਭਾਈ ਸਾਹਿਬ ਸਿੰਘ ਨਾਮ ਦੇ ਸਿੰਘ ਸਨ। ਭਾਈ ਹਰ ਸਿੰਘ ਜੀ ਆਦਿਕ ਮਹਾਰਾਜ ਦੀ ਡਾਇਰੀ ਲਿਖਿਆ ਕਰਦੇ ਸੀ, ਰੋਜ਼ ਦਾ ਰੋਜ਼ ਨਾਮ ਲਿਖਦੇ। ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ਜ ਹੋਏ ਹੈ ਭਾਈ ਰਾਮ ਕੌਰ ਜੀ, ਜਿਨ੍ਹਾਂ ਨੇ ਸਾਹਿਬਾਂ ਤੋਂ ਅੰਮ੍ਰਿਤ ਛਕ ਕੇ ਨਾਮ ਗੁਰਬਖਸ਼ ਸਿੰਘ ਹੋਇਆ।
ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਸੀ, ਤੁਸੀਂ ਸੱਚੇ ਪਾਤਸ਼ਾਹ ਜੀ ਦੇ ਨਾਲ ਰਹੇ ਹੋ ਤੇ ਉਹਨਾਂ ਦੇ ਸਾਨੂੰ ਬਚਨ ਸੁਣਾਓ। ਸੋ ਬਾਬਾ ਗੁਰਬਖਸ਼ ਸਿੰਘ ਜੀ ਪੜ ਪੋਤਰੇ ਬਾਬਾ ਬੁੱਢਾ ਸਾਹਿਬ ਦੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ ਸੁਣਾਉਂਦੇ। ਭਾਈ ਸਾਹਿਬ ਸਿੰਘ ਜੀ ਉਹ ਸਾਰੇ ਬਚਨ ਉਹਨਾਂ ਦੇ ਲਿਖੀ ਜਾਂਦੇ। ਜਿਸ ਕਾਪੀ ਦਾ ਉਤਾਰਾ ਕਾਵਿ ਸਰੂਪ ਦੇ ਵਿੱਚ ਕਵਿਤਾ ਦੇ ਵਿੱਚ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਕੀਤਾ ਹੈ, ਜੋ ਗੁਰਪ੍ਰਤਾਪ ਸੂਰਜ ਵਿੱਚ ਦਰਜ ਕਥਾ, ਇਹ ਭਾਈ ਰਾਮ ਕੋਇਰ ਜੀ ਦੀ ਸੁਣਾਈ ਹੋਈ ਹੈ ਤੇ ਕਵਿਤਾ ਦਾ ਰੂਪ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਦਿੱਤਾ ਹੈ। ਇਸੇ ਤਰ੍ਹਾਂ ਜਨਮ ਸਾਖੀ ਜਿਹੜੀ ਤਿਆਰ ਹੋਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ, ਬਾਬਾ ਬਾਲਾ ਸਾਹਿਬ ਜੀ ਨੇ ਸਰਵਣ ਕਰਵਾਈ ਹੈ, ਭਾਈ ਪੈੜਾ ਭਾਈ ਮੋਖਾ ਨੇ ਲਿਖੀ ਹੈ, ਔਰ ਕਵਿਤਾ ਦਾ ਜਿਹੜਾ ਰੂਪ ਹੈ ਉਹ ਕਵੀ ਭਾਈ ਸੰਤੋਖ ਸਿੰਘ ਜੀ ਨੇ ਬਖਸ਼ਿਸ਼ ਕੀਤਾ ਹੈ। ਸੋ ਸੰਗਤ ਜੀ, ਇਹ ਹੁਣ ਕਥਾ ਬਾਬਾ ਬਾਲਾ ਸਾਹਿਬ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੈਦਪੁਰ ਦੀ ਲੁੱਟ ਏਮਨਾਬਾਦ ਦੀ ਤੋਂ ਬਾਅਦ ਦੀ ਜੋ ਕਥਾ ਉਹ ਸਰਵਣ ਕਰਵਾ ਰਹੇ ਹਨ। ਚੌਪਈ ਬੈਠੇ ਹੋਤੇ ਪ੍ਰਭੂ ਗੁਣ ਖਾਨੇ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਏਮਨਾਬਾਦ ਦੀ ਨਗਰੀ ਵਿੱਚ ਬੈਠੇ ਹੋਏ ਹੈ। ਮਰਦਾਨਾ ਤਬ ਬੋਲਿਓ ਬਾਨੇ। ਭਾਈ ਮਰਦਾਨੇ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਆਪ ਪੂਰਾ ਪੁਰ ਮਹਿ ਜਬ ਆਏ। ਇਹ ਸੱਚੇ ਪਾਤਸ਼ਾਹ ਮਹਾਰਾਜ ਜਦ ਆਪ ਜੀ ਇਸ ਨਗਰ ਵਿੱਚ ਆਏ ਸੀਗੇ, ਸੰਤ ਸੰਗ ਬੈਠੇ ਇਹ ਥਾਏ। ਇਹ ਉਸ ਵੇਲੇ ਮਹਾਰਾਜ ਤੁਹਾਡੇ ਨਾਲ ਉਹ ਸਾਧੂਆਂ ਦੀ ਮੰਡਲੀ ਵੀ ਸੀ, ਜਮਾਤ ਸੀਗੀ ਸਾਧੂਆਂ ਦੀ, ਹਿਤ ਆਹਾਰ ਕੇ ਜਾਚਨ ਗਵਨੇ। ਜਿਨ੍ਹਾਂ ਨੂੰ ਤੁਸੀਂ ਹੁਕਮ ਕੀਤਾ ਸੀਗਾ, ਮੈਨੂੰ ਵੀ ਨਾਲ ਹੀ ਭੇਜਿਆ ਸੀਗਾ ਕਿ ਜਾਓ ਨਗਰ ਵਿੱਚ ਜਾ ਕੇ ਕਿਸੇ ਦੇ ਘਰ ਦੇ ਵਿੱਚੋਂ ਪ੍ਰਸ਼ਾਦਾ ਮੰਗ ਕੇ ਛਕ ਆਓ। ਫਿਰੇ ਪਠਾਨਨ ਕੇ ਤਬ ਭਵਨੇ। ਤੇ ਮਹਾਰਾਜ ਅਸੀਂ ਗਏ, ਉਹ ਸਾਧੂ ਨਾਲ ਸੀਗੇ ਪਠਾਣਾਂ ਦੇ ਘਰਾਂ ਵਿੱਚ। ਦੇਖ ਛੁਧਾ ਤੁਰ ਕਿਨਹੁ ਨਾ ਦਿਨੋ। ਮਹਾਰਾਜ ਮਤ ਭ੍ਰਿਸ਼ਟ ਹੋ ਗਈ ਇਹਨਾਂ ਲੋਕਾਂ ਦੀ, ਸਾਡੀ ਭੁੱਖ ਵੱਲ, ਸਾਧੂਆਂ ਦੀ ਭੁੱਖ ਵੱਲ ਕਿਸੇ ਨਹੀਂ ਤੱਕਿਆ, ਸਾਨੂੰ ਕਿਸੇ ਨੇ ਕੁਝ ਖਾਣ ਵਾਸਤੇ ਵਸਤੂ ਨਹੀਂ ਕੋਈ ਦਿੱਤੀ ਹੈ। ਬਾਹਰੋਂ ਮਿਲਿਓ ਦੁਖਦ ਮਤ ਹੀਨੋ। ਤੇ ਮਹਾਰਾਜ ਉਲਟਾ ਉਹ ਮੂਰਖ ਲੋਕ ਸਾਨੂੰ ਮਿਲੇ, ਭਈ ਅਵਗਿਆ ਥੋਰਨ ਪਾਸੋ। ਤੇ ਜਿਨ੍ਹਾਂ ਨੇ ਮਹਾਰਾਜ ਇਹ ਗੁਨਾਹ ਕੀਤਾ, ਮੈਨੂੰ ਧੱਕੇ ਮਾਰੇ, ਸਾਧੂਆਂ ਨੂੰ ਬੋਲ ਕਬੋਲ ਬੋਲੇ, ਪਰ ਉਹ ਸਾਰੇ ਨਗਰ ਤੇ ਨਹੀਂ ਸੀਗੇ, ਥੋੜੇ ਜਿਹੇ ਚੰਦ ਕੁ ਬੰਦੇ ਸੀ, ਦੋ ਚਾਰ, ਜਿਨ੍ਹਾਂ ਨੇ ਇਹ ਬੇਅਦਬੀ ਕੀਤੀ। ਮਿਲਿਓ ਸਰਵਪੁਰ ਕੋ ਦੁਖ ਰਾਸੋ। ਪਰ ਮਹਾਰਾਜ ਉਹ ਸਾਧੂਆਂ ਦੀ ਬੇਅਦਬੀ ਦਾ ਗੁਨਾਹ ਦਾ ਫਲ ਤੇ ਆ ਵੇਖੋ ਨਾ, ਸਾਰਾ ਪਿੰਡ ਹੀ ਭੋਗ ਰਿਹਾ, ਪਿੰਡ ਉਜੜ ਗਿਆ, ਬੀਬੀਆਂ ਬੱਚੇ ਚੀਕਾਂ ਮਾਰ ਮਾਰ ਰੋ ਰਹੇ, ਦੁਖੀ ਹੋਏ ਹੋਏ ਭੁੱਖ ਦੇ ਨਾਲ, ਤੇ ਇਹਨਾਂ ਦੇ ਪਰਿਵਾਰ ਦੇ ਜੀਆਂ ਦੇ ਜੀ ਮਾਰੇ ਗਏ ਐ, ਲੋਥਾਂ ਜਿਹੜੀਆਂ ਉਹਨਾਂ ਵਿੱਚੋਂ ਬਦਬੂ ਆ ਰਹੀ ਹੈ, ਤੇ ਘਰ ਸਾਰੇ ਢਹਿ ਢੇਰੀ ਹੋਏ ਪਏ। ਮਹਾਰਾਜ ਕੀਤਾ ਚੰਦ ਬੰਦਿਆਂ ਨੇ, ਤੇ ਗੁਨਾਹ ਦਾ ਫਲ ਸਾਰੀ ਨਗਰੀ ਨੂੰ ਭੋਗਣਾ ਪੈ ਰਿਹਾ ਹੈ। ਆਸਮੰਜਸ ਮੈਂ ਲਖ ਮਨ ਮਾਹੇ। ਇਹ ਮਹਾਰਾਜ ਮੇਰੇ ਮਨ ਦੇ ਵਿੱਚ ਨਾ ਦੁਬਿਧਾ ਜੀ ਬਣੀ ਹੋਈ ਹੈ, ਬੋਝਨ ਕੇਨ ਆਪ ਕੇ ਪਾਹੇ। ਤੇ ਇਹ ਦੁਬਿਧਾ ਜਿਹੜਾ ਸਹਿਸਾ ਹੈ ਉਹਦੀ ਨਿਵਰਤੀ ਵਾਸਤੇ ਸੱਚੇ ਪਾਤਸ਼ਾਹ ਆਪ ਜੀ ਨੂੰ ਮੈਂ ਅਰਜ਼ ਕੀਤੀ ਹੈ। ਦੋਹਰਾ ਸੁਨ ਮਰਦਾਨੇ ਨਗਰ ਜਿਸ ਸੰਤ ਅਤਿਥ ਚਲ ਜਾਹੇ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਿਆਂ ਸੁਣ ਸਾਡਾ ਬਚਨ। ਇਹ ਇਕੱਲੇ ਮਰਦਾਨੇ ਨੂੰ ਨਹੀਂ ਸੁਣਾ ਰਹੇ ਸੱਚੇ ਪਾਤਸ਼ਾਹ, ਸੰਗਤ ਜੀ ਜਿੱਥੇ ਵੀ ਤੁਸੀਂ ਬੈਠੇ ਸੁਣ ਰਹੇ ਹੋ, ਸਾਰਿਆਂ ਵਾਸਤੇ ਇਹ ਬਚਨ ਬੁੱਧੀ ਦੇ ਪੱਲੇ ਦੇ ਗੰਢ ਬੰਨਣ ਵਾਲਾ ਹੈ। ਮਹਾਰਾਜ ਕਹਿਣ ਲੱਗੇ, ਭਾਈ ਜਿਹੜੇ ਨਗਰ ਦੇ ਵਿੱਚ ਕੋਈ ਅਤਿਥੀ, ਮਹਿਮਾਨ, ਪ੍ਰਾਹੁਣਾ, ਤੇ ਇਸੇ ਤਰ੍ਹਾਂ ਕੋਈ ਸਾਧੂ, ਤੇ ਔਰ ਕੋਈ ਮੰਗਤਾ ਵੀ ਮੰਗਣ ਵਾਸਤੇ ਚਲੇ ਜਾਵੇ, ਸੇਵਾ ਹੋਏ ਨਾ ਤਾਹੇ ਕੇ ਸਭ ਹਨ ਪਾਪ ਲਗਾਹੇ। ਤੇ ਜੇ ਉਹ ਸਾਧੂ ਦੀ ਸੇਵਾ ਨਹੀਂ ਨਾ ਹੁੰਦੀ, ਨਗਰ ਵਿੱਚ ਗਏ ਦੀ, ਕੋਈ ਉਹਦਾ ਸਤਿਕਾਰ ਨਹੀਂ ਕਰਦਾ, ਕੋਈ ਪ੍ਰਾਹੁਣਾ ਆਇਆ ਹੋਇਆ ਮਹਿਮਾਨ, ਉਹਦਾ ਕੋਈ ਸਤਿਕਾਰ ਨਹੀਂ ਕਰਦਾ, ਕੋਈ ਭਿਖਿਆ ਮੰਗਣ ਭਿਖਾਰੀ ਆ ਗਿਆ, ਉਹਦਾ ਕੋਈ ਭਿਖਿਆ ਨਹੀਂ ਦਿੰਦਾ, ਉਲਟਾ ਉਸ ਨੂੰ ਬੇਪਤੀ ਕਰਦੇ ਆ, ਤੇ ਮਹਾਰਾਜ ਕਹਿਣ ਲੱਗੀ ਉਹਦਾ ਗੁਨਾਹ ਸਾਰੇ ਪਿੰਡ ਨੂੰ ਲੱਗਦਾ, ਇੱਕ ਅੱਧੇ ਨੂੰ ਨਹੀਂ ਲੱਗਦਾ ਹੈ। ਚੌਪਈ ਜਾਨੋ ਗ੍ਰਸਥ ਧਰਮ ਸ਼ੁਭ ਇਹੋ। ਕਿਉਂਕਿ ਗ੍ਰਸਥ ਧਰਮ ਦਾ ਜਿਹੜਾ ਮੂਲ ਹੈ ਉਹ ਇਹੀ ਹੈ, ਦਇਆ ਕਰਨੀ, ਦਾਨ ਕਰਨਾ। ਕਿਉਂਕਿ ਸਾਰਿਆਂ ਤੋਂ ਵੱਡਾ ਦਾਨ ਜਿਹੜਾ ਸੰਗਤ ਜੀ ਉਹ ਗ੍ਰਸਤੀ ਦਾ ਹੀ ਮੰਨਿਆ ਗਿਆ। ਗੁਰਬਾਣੀ ਦੇ ਵਿੱਚ ਬਚਨ ਆਉਂਦੇ, ਗ੍ਰਹੀ ਕਾ ਸਤ ਦਾਨ, ਸੱਚਾ ਦਾਨ ਹੀ ਗ੍ਰਸਤੀ ਦਾ ਹੈ।
ਕਿਰਤ ਕਰਨੀ ਧਰਮ ਦੀ ਕਿਰਤ ਕਰਕੇ ਉਹਦੇ ਵਿੱਚੋਂ ਫਿਰ ਪੁੰਨ ਦਾਨ ਕਰਨਾ, ਆਪਣਾ ਪਰਿਵਾਰ ਵੀ ਪਾਲਣਾ। ਅਤਿਥੀ ਕੋਈ ਆ ਗਿਆ, ਮਹਿਮਾਨ ਆ ਗਿਆ, ਕੋਈ ਭਿਖਾਰੀ ਆ ਗਿਆ, ਕੋਈ ਹੋਰ ਸਾਧੂ ਮਹਾਂਪੁਰਸ਼ ਆ ਗਏ, ਸੋ ਉਹਨਾਂ ਦਾ ਸਤਿਕਾਰ ਕਰਨਾ। ਇਸ ਵਾਸਤੇ ਸੱਚਾ ਦਾਨ ਜਿਹੜਾ ਉਹ ਗ੍ਰਸਤੀ ਦਾ, ਤੇ ਗ੍ਰਸਤੀ ਦਾ ਧਰਮ ਵੀ ਬਣਦਾ ਹੈ ਦਾਨ ਕਰਨਾ। ਆਏ ਅਤਿਥ ਕੇ ਸੇਵ ਕਰੇ ਹੋ, ਤੇ ਇਸ ਵਾਸਤੇ ਆਏ ਹੋਏ ਅਤਿਥੀ ਦੀ ਸੇਵਾ ਕਰਨੀ ਚਾਹੀਦੀ ਹੈ। ਜਥਾ ਸ਼ਗਤ ਤਿਹ ਆਦਰ ਕਰਹਿ, ਤੇ ਆਦਰ ਸਤਿਕਾਰ ਯਥਾ ਸ਼ਕਤ ਕਰਨਾ ਚਾਹੀਦਾ ਹੈਗਾ। ਕਹਿੰਦੇ ਆਓ ਬੈਠੋ ਪੀਓ ਪਾਣੀ, ਤਿੰਨੇ ਗੱਲਾਂ ਮੁੱਲ ਨਾ ਵਿਖਾਣੀ, ਇਹਨਾਂ ਦੀ ਕੀਮਤ ਹੀ ਕੋਈ ਨਹੀਂ। ਜੇ ਆਪਾਂ ਕਹੀਏ ਨਾ ਕਿ ਕੋਈ ਬਚਨ ਇਹੋ ਜਿਹਾ ਵੀ ਆ ਜਿਹਦਾ ਬੇਸ਼ਕੀਮਤੀ ਹੋਵੇ, ਜਿਹਦੀ ਕੀਮਤ ਹੀ ਕੋਈ ਨਾ ਹੋਵੇ, ਕਹਿੰਦੇ ਪਹਿਲਾਂ ਤੇ ਕਹਿਣਾ ਆਓ ਜੀ ਜੀਉ ਆਇਆਂ ਨੂੰ, ਧੰਨ ਭਾਗ ਬੜੀ ਕਿਰਪਾ ਕੀਤੀ ਦਰਸ਼ਨ ਦਿੱਤੇ। ਫਿਰ ਕਹਿਣਾ ਆਓ ਜੀ ਬੈਠੋ, ਬਹਿ ਜਾਓ ਸਾਜੋ। ਤੀਸਰਾ ਬਚਨ ਜਲ ਪਾਣੀ, ਕੀ ਛਕੋਗੇ ਜੀ? ਕਿਸੇ ਸਾਧੂ ਕੋਲ ਜਾਓ ਨਾ, ਇਹ ਤਿੰਨੇ ਹੀ ਬਚਨ ਸਾਧੂ ਮਹਾਂਪੁਰਖ ਕਰਦੇ। ਆਓ ਜੀ ਜੀਉ ਆਇਆਂ ਨੂੰ, ਬੈਠੋ ਭਾਈ, ਬੜੇ ਚੰਗਾ ਕੀਤਾ ਤੁਸੀਂ ਆਏ ਹੋ, ਦਰਸ਼ਨ ਦਿੱਤੇ ਆ, ਲਿਆਓ ਭਾਈ ਜਲ ਪਾਣੀ ਛਕਾਓ ਇਹਨਾਂ ਨੂੰ। ਕੋਈ ਵੀ ਸਾਧੂ ਹੋਵੇ, ਵਿਖਾਵੇ ਦਾ ਨਾ ਹੋਵੇ, ਭੇਖੀ ਨਾ ਹੋਵੇ। ਤੇ ਇਸੇ ਤਰ੍ਹਾਂ ਜਿਹੜੇ ਗੁਰਮੁਖ ਜਨ ਹਨ, ਗ੍ਰਸਤੀ ਗੁਰਮੁਖ ਜਨ, ਉਹਨਾਂ ਦੇ ਵਿੱਚ ਵੀ ਇਹ ਗੁਣ ਤੇ ਉਹਨਾਂ ਦਾ ਫਰਜ਼ ਵੀ ਬਣਦਾ ਹੈ। ਸਾਧੂਆਂ ਦਾ ਵੀ ਬਣਦਾ, ਗ੍ਰਸਤੀਆਂ ਦਾ ਵੀ ਬਣਦਾ ਹੈ। ਆਏ ਹੋਏ ਦਾ ਸਤਿਕਾਰ ਕਰਨਾ, ਬਿਠਾਉਣਾ, ਪਿਆਰ ਨਾਲ ਜਲ ਪਾਣੀ ਛਕਾਉਣਾ, ਪਿਆਰ ਦੇ ਬੋਲ ਬੋਲਣੇ। ਦੇ ਆਹਾਰ ਮਿਰਦ ਬਚਨ ਉਚਰਹਿ, ਆਹਾਰ ਕਰਾਵੇ, ਭੋਜਨ ਛਕਾਵੇ, ਪਿਆਰ ਭਰੇ ਬਚਨ ਵੀ ਕਰੇ ਆਏ ਹੋਏ ਦੇ ਨਾਲ। ਧਰਮਹੀਨ ਇਹ ਖਾਨ ਦੁਸ਼ਟ ਮਤ, ਪਰ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਮਰਦਾਨਿਆ, ਜਿਨ੍ਹਾਂ ਪਠਾਣਾਂ ਦੀ ਤੂੰ ਗੱਲ ਕਰਦਾ ਹੈਗਾ, ਇਹਨਾਂ ਦਾ ਧਰਮ ਹੀ ਕੋਈ ਨਹੀਂ। ਗ੍ਰਸਤੀ ਦਾ ਧਰਮ ਹੁੰਦਾ ਹੈ ਸਤਿਕਾਰ ਕਰਨਾ। ਇਹਨਾਂ ਦੇ ਤ੍ਰਿਸਕਾਰ ਕੀਤਾ, ਸਾਧੂਆਂ ਦਾ ਧੱਕੇ ਮਾਰੇ, ਗਾਲਾਂ ਦਿੱਤੀਆਂ, ਸੱਟਾਂ ਮਾਰੀਆਂ, ਹੁੱਜਾਂ ਘਸੁੰਨ ਮਾਰੇ, ਇਹਨਾਂ ਤੇ ਬਹੁਤ ਵੱਡਾ ਪਾਪ ਕੀਤਾ। ਪ੍ਰਭਤਾ ਮਦ ਮਹਿ ਭੈ ਅੰਧ ਅਤ, ਇਹ ਤੇ ਪ੍ਰਭਤਾ ਦੇ ਵਿੱਚ ਪੈ ਕੇ ਹੰਕਾਰ ਦੇ ਵਿੱਚ ਅੰਨੇ ਹੋਏ ਪਏ ਐ ਵੀ ਸਾਡਾ ਰਾਜ ਭਾਗ ਹੈ, ਸਾਡੇ ਪਾਸ ਧਨ ਦੌਲਤ ਹੈ, ਸਾਡੀ ਬੱਝੀ ਨਹੀਂ ਛੁੱਟਦੀ, ਸਾਡੀ ਵਾਲ ਨਹੀਂ ਕੋਈ ਵੇਖ ਸਕਦਾ। ਇੰਨਾ ਹੀ ਗੱਲਾਂ ਦੇ ਵਿੱਚ ਪਏ ਹੋਏ ਮਰੇ ਪਏ ਸਨ ਇਹ ਹੰਕਾਰ ਦੇ ਵਿੱਚ। ਕਹਿਰ ਉਚਿਤ ਥੇ ਕਹਿਰ ਪਰਿਓ ਸਿਰ, ਮਹਾਰਾਜ ਕਹਿਣ ਲੱਗੇ ਜਿਹੇ ਜਿਹਾ ਕਹਿਰ ਇਹਨਾਂ ਨੇ ਕੀਤਾ, ਉਹੋ ਜਿਹਾ ਕਹਿਰ ਇਹਨਾਂ ਦੇ ਨਾਲ ਵਰਤ ਗਿਆ। ਇਹਨਾਂ ਨਾਲ ਕੋਈ ਅਣਹੋਣੀ ਨਹੀਂ ਭਾਈ ਮਰਦਾਨਿਆ ਹੋਈ, ਜਿਹੀ ਜੀ ਇਹਨਾਂ ਨੇ ਕੀਤੀ ਉਹੋ ਜੀ ਇਹਨਾਂ ਨੇ ਪਾ ਲਈ। ਕਲਯੁਗ ਦੀ ਮਰਜ਼ਾਦਾ ਇਹ ਕਰ ਕਰੇ ਸੋ ਇਹ ਕਰ ਪਾਏ। ਜਿਹੇ ਜੇ ਇਹ ਹੱਥ ਨਾਲ ਕਰ ਲੂ ਉਹਨੂੰ ਉਹੋ ਜੀ ਪ੍ਰਾਪਤੀ ਹੋ ਜਾਣੀ ਹੈ। ਪਰਿਵਾਰ ਤਾਂ ਇੱਕੋ ਹੀ ਆ ਨਾ, ਭਾਵੇਂ ਥੋੜੇ ਬੰਦਿਆਂ ਕੀਤੀ ਹੈ ਤਾਂ ਸਾਰਾ ਇੱਕੋ ਪਰਿਵਾਰ। ਇੱਕ ਘਰ ਦਾ ਦੂਆ ਰੋਕ ਸਕਦਾ ਸੀ, ਭਾਈ ਕਾਹਨੂੰ ਸਾਧੂਆਂ ਨੂੰ ਕਰਦੇ ਹੋ? ਪਹਿਲਾਂ ਕਿੰਨੇ ਘਰਾਂ ਵਿੱਚ ਜਾ ਕੇ ਲੰਗਰ ਪ੍ਰਸ਼ਾਦ ਮੰਗਿਆ, ਕਿਸੇ ਨੇ ਨਹੀਂ ਦਿੱਤਾ, ਤੇ ਇਹਨਾਂ ਨੇ ਧੱਕੇ ਮਾਰ ਦਿੱਤੇ, ਸੱਟਾਂ ਮਾਰੀਆਂ, ਬੇਅਦਬੀ ਕੀਤੀ ਹੈ। ਇਸ ਵਾਸਤੇ ਇਹ ਜਿਸ ਯੋਗ ਸੀ ਉਹ ਸਜ਼ਾ ਇਹਨਾਂ ਨੂੰ ਪ੍ਰਾਪਤ ਹੋਈ ਹੈ। ਸਦਾ ਖੁਦਾਏ ਵਿਸਾਰ ਰਹੇ ਔਰ, ਇਹ ਤੇ ਮਨ ਦੇ ਵਿੱਚ ਦਇਆ ਹੈ ਹੀ ਨਹੀਂ ਇਹਨਾਂ ਦੇ ਮਨ ਵਿੱਚ ਹੰਕਾਰ ਹੀ ਭਰਿਆ ਹੋਇਆ, ਪਾਪ ਹੀ ਭਰਿਆ ਹੋਇਆ। ਮਰਦਾਨੇ ਕੇ ਮਨ ਸੰਦੇਹੋ, ਇਹ ਮਰਦਾਨੇ ਜੀ ਨੇ, ਬਾਬਾ ਜੀ ਨੇ ਬਚਨ ਸੁਣੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ। ਮਨ ਜਿਹੜਾ ਸੀ ਉਹ ਨਹੀਂ ਮੰਨਿਆ, ਕਹਿਣ ਲੱਗਾ ਨਹੀਂ ਮਰਦਾਨਿਆ, ਬਾਬਾ ਜੀ ਨੇ ਸਹੀ ਮੇਰਾ ਤਸੱਲੀ ਨਹੀਂ ਕਰਵਾਈ। ਮੇਰੇ ਮਨ ਦਾ ਇਹ ਵਿਸ਼ਵਾਸ ਜਿਹੜਾ ਬਣਿਆ ਨਹੀਂ ਪੂਰਾ, ਕੀਤੀ 2-4 ਬੰਦਿਆਂ ਨੇ ਉਜਾੜਾ ਸਾਰਾ ਪਿੰਡ ਦਾ ਹੋ ਗਿਆ। ਇਹ ਮੇਰਾ ਮਨ ਨਹੀਂ ਇਸ ਗੱਲ ਨੂੰ ਮੰਨਦਾ, ਸਹਿਸਾ ਮਨ ਵਿੱਚ ਬਣਿਆ ਰਿਹਾ ਭਾਈ ਮਰਦਾਨੇ ਦੇ। ਕੁਛ ਕਰ ਰਹਿਓ ਪਰ ਬੋਲ ਨਾ ਕਿਹੋ, ਇਹ ਮਨ ਵਿੱਚ ਸਹਿਸਾ ਹੈ ਪਰ ਹਿਰਦੇ ਦੇ ਵਿੱਚ ਇੰਨੀ ਤਾਕਤ ਵੀ ਨਹੀਂ ਹੈ ਕਿ ਗੁਰੂ ਸਾਹਿਬ ਜੀ ਨੂੰ ਦੁਬਾਰਾ ਪੁੱਛ ਸਕੇ। ਸ਼੍ਰੀ ਨਾਨਕ ਤਹਿ ਔਰ ਕੇ ਜਾਣੇ, ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਘਟ ਘਟ ਕੇ ਅੰਤਰ ਦੀ, ਉਹਦੇ ਪੱਥਰਾਂ ਵਿੱਚ ਕੀੜਾ ਬੈਠਾ ਉਹਦੀ ਵੀ ਜਾਣਦੇ ਆ, ਮਰਦਾਨੇ ਦੀ ਕਿਉਂ ਨਾ ਜਾਣਨ, ਹਰ ਵੇਲੇ ਨਾਲ ਰਹਿਣ ਵਾਲਾ। ਸੱਚੇ ਪਾਤਸ਼ਾਹ ਨੇ ਜਾਣ ਲਿਆ ਵੀ ਮਰਦਾਨੇ ਦਾ ਸਹਿਸਾ ਦੂਰ ਨਹੀਂ ਹੋਇਆ ਹੈ। ਬਿਨ ਸੰਸਾ ਕਰ ਬੇ ਬੇਦ ਠਾਨੇ, ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੇ ਦੇਖਿਆ ਸਾਡੇ ਨਾਲ ਰਹਿਣ ਵਾਲਾ ਹੈ ਜੀ, ਇਹਦੇ ਮਨ ਦਾ ਹੀ ਸਹਿਸਾ ਦੂਰ ਨਾ ਹੋਇਆ ਤੇ ਦੂਆਂ ਦਾ ਕੀ ਅਸੀਂ ਕਰਾਂਗੇ? ਇਹਦਾ ਸਹਿਸਾ ਦੂਰ ਹੋਣਾ ਚਾਹੀਦਾ। ਮਹਾਰਾਜ ਨੇ ਮਨ ਵਿੱਚ ਵਿਚਾਰ ਕੀਤੀ ਵੀ ਹੁਣ ਕੋਈ ਵਿਧੀ ਤਰੀਕੇ ਦੇ ਨਾਲ ਇਹਦਾ ਸਹਿਸਾ ਮੁਕਤ ਕਰਨਾ ਚਾਹੀਦਾ ਹੈ।
ਕਿਤਿਕ ਸਮਾ ਜਬ ਬੈਠ ਬਿਤਾਵਾ। ਇਸ ਤਰ੍ਹਾਂ ਕੁਝ ਕੁ ਸਮਾਂ ਭਾਈ ਮਰਦਾਨਾ ਜੀ ਨੂੰ ਸਤਿਗੁਰਾਂ ਦੇ ਪਾਸ ਬੈਠਿਆਂ ਬਤੀਤ ਹੋਇਆ। ਮਰਦਾਨੇ ਤਬ ਆਲਸ ਆਵਾ। ਤਾਂ ਭਾਈ ਮਰਦਾਨੇ ਜੀ ਨੂੰ ਨੀਂਦ ਆਉਣੀ ਸ਼ੁਰੂ ਹੋ ਗਈ। ਸੋਏ ਰਹਿਓ ਤਬ ਪੇਖ ਜਗ ਸਾਈ। ਤੇ ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਦੇਖਿਆ ਭਾਈ ਮਰਦਾਨਾ ਸੌਂ ਗਿਆ ਹੈ। ਮਧੁਰ ਬੂੰਦ ਇੱਕ ਉਦਰ ਪਵਾਏ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਕੀ ਕੀਤਾ, ਇਹੀ ਜੀ ਕਲਾ ਵਰਤਾਈ, ਇੱਕ ਮਿੱਠੇ ਦੀ ਬੂੰਦ ਉਹਦੇ ਪੇਟ ਦੇ ਉੱਤੇ, ਢਿੱਡ ਦੇ ਉੱਤੇ ਭਾਈ ਮਰਦਾਨੇ ਜੀ ਤੇ ਪਵਾ ਦਿੱਤੇ। ਤੇਹ ਸੁਗੰਧ ਕਰ ਕੀਟੇ ਆਏ। ਜਿਸ ਵੇਲੇ ਸੁੱਤਾ ਭਾਈ ਮਰਦਾਨਾ ਜੀ ਤੇ ਢਿੱਡ ਦੇ ਉੱਤੇ ਮਿੱਠੇ ਦੀ ਬੂੰਦ ਪਈ, ਮਿੱਠੇ ਦੀ ਬਾਸ਼ਨਾ ਲੈ ਕੇ ਕੀੜੀਆਂ ਭੱਜ ਕੇ ਆਈਆਂ। ਭਏ ਬਹੁਤ ਇਕੱਠੇ ਤੇ ਹਠਾਏ। ਭਾਈ ਮਰਦਾਨਾ ਜੀ ਕੋਕ ਸੁੱਤੇ ਹੋਏ ਐ, ਉਹ ਮਿੱਠੇ ਦੇ ਉੱਤੇ ਕਈ ਕੀੜੀਆਂ ਆਣ ਇਕੱਠੀਆਂ ਹੋਈਆਂ। ਇੱਕ ਪਪੀਲ ਕਾ ਕਾਟਿਓ ਜਬ ਹੈ। ਤੇ ਇੱਕ ਕੀੜੀ ਨੇ ਕੀ ਕੀਤਾ, ਭਾਈ ਮਰਦਾਨੇ ਜੀ ਨੂੰ ਦੰਦੀ ਕੱਟ ਲਈ। ਜਾਗ ਮਲੀ ਮਰਦਾਨੇ ਸਭ ਹੈ। ਤੇ ਉਹ ਜਿਸ ਵੇਲੇ ਕੀੜੀ ਨੇ ਕੱਟਿਆ, ਦਰਦ ਹੋਈ, ਛੱਡ ਦੇਣੀ, ਭਾਈ ਮਰਦਾਨੇ ਜੀ ਨੇ ਆਪਣਾ ਹੱਥ ਉਹ ਕੀੜੀਆਂ ਵਾਲੇ ਥਾਂ ਤੇ ਮਸਲਿਆ ਤੇ ਉਹ ਜਿੰਨੀਆਂ ਕੀੜੀਆਂ ਸੀ ਸਾਰੀਆਂ ਹੀ ਮਰ ਗਈਆਂ ਹੱਥ ਦੇ ਥੱਲੇ ਆ ਕੇ। ਮਰੇ ਸਾਰਬ ਪੁਨ ਲਗੋ ਨਿਹਾਰਨ। ਜਿਸ ਵੇਲੇ ਕੀੜੀਆਂ ਮਰ ਗਈਆਂ, ਭਾਈ ਮਰਦਾਨਾ ਜੀ ਨੇ ਦੇਖਿਆ ਵੀ ਇਹ ਤਾਂ ਸਾਰੀਆਂ ਕੀੜੀਆਂ ਮਰ ਗਈਆਂ ਹਨ। ਤਬ ਸ਼੍ਰੀ ਗੁਰ ਕੀ ਬਚਨ ਉਚਾਰਨ। ਤੇ ਭਾਈ ਮਰਦਾਨੇ ਨੂੰ ਸੰਬੋਧਨ ਹੋ ਕੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਾਟਿਓ ਏਕ ਬਹੁਤ ਤੈ ਮਾਰੇ। ਭਾਈ ਮਰਦਾਨਿਆ, ਉਹ ਭਾਈ ਕੀੜੀ ਤੇ ਇੱਕ ਨੇ ਤੈਨੂੰ ਕਟਿਆ ਤੇ ਤੂੰ ਤੇ ਬਹੁਤੀਆਂ ਜ਼ਿਆਦੀਆਂ ਮਾਰ ਦਿੱਤੀਆਂ, ਹੱਥ ਮਸਲ ਕੇ ਕਿੰਨੀਆਂ ਹੀ ਥੱਲੇ ਮਲ ਦਿੱਤੀਆਂ। ਮਰਦਾਨੇ ਔਰ ਲੇਹੋ ਵਿਚਾਰੇ। ਭਾਈ ਮਰਦਾਨਿਆ, ਮਨ ਦੇ ਵਿੱਚ ਵਿਚਾਰ ਕਰ ਇਸ ਗੱਲ ਦੇ। ਦੋਹਰਾ ਸਮਝਿਓ ਤਬ ਹਿਰਦੇ ਬਿਖੈ ਜੋਰ ਹਾਥ ਹਵੈ ਦੇਨ। ਇਹ ਜੋ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਤੇ ਸਹਿਸਾ ਆਇਆ ਸੀ, ਦੋ ਚਾਰ ਪਠਾਣਾਂ ਨੇ ਬੇਅਦਬੀ ਕੀਤੀ, ਮਾਰਤਾ ਸਾਰਾ ਪਿੰਡ, ਮੌਤ ਨੇ, ਇਹ ਭਲਾ ਨਹੀਂ ਹੋਇਆ। ਮਹਾਰਾਜ ਨੇ ਨਿਰਣਾ ਕਰ ਦਿੱਤਾ, ਕੀੜੀ ਇੱਕ ਨੇ ਕੱਟਿਆ, ਤੂੰ ਸਾਰੀਆਂ ਹੀ ਮਾਰ ਦਿੱਤੀਆਂ। ਹੁਣ ਮਨ ਨੂੰ ਤਸੱਲਾ ਹੋਇਆ ਭਾਈ ਮਰਦਾਨੇ ਦੇ। ਮਨ ਕੇ ਬੋਝੋ ਸਰਬਗਤ ਕਿਰਪਾ ਨਿਧਾਨ ਪ੍ਰਵੇਨ। ਕਹਿਣ ਲੱਗਾ, ਹੇ ਸੱਚੇ ਪਾਤਸ਼ਾਹ ਮਹਾਰਾਜ, ਸਾਰਿਆਂ ਦੇ ਦਿਲਾਂ ਦੀਆਂ ਜਾਣਦੇ ਹੋ। ਮੇਰੇ ਮਨ ਵਿੱਚ ਵੀ ਸਹਿਸਾ ਸੀ ਵੀ ਸਾਰੇ ਪਿੰਡ ਦਾ ਕੀ ਗੁਨਾਹ ਸੀ, ਦੋ ਚੌਂ ਦੀ ਗਲਤੀ, ਮਾਰੇ ਗਏ ਸਾਰੇ ਹੀ। ਆ ਹੁਣ ਤੁਸੀਂ ਕਿਰਪਾ ਕੀਤੀ ਹੈ, ਮੈਨੂੰ ਨਿਰਣਾ ਕਰਵਾ ਦਿੱਤਾ ਹੈ। ਕੀੜੀ ਇੱਕ ਨੇ ਕੱਟਿਆ, ਹੱਥ ਮਾਰਿਆ, ਮੈਂ ਕਿੰਨੀਆਂ ਹੀ ਮਰ ਗਈਆਂ ਹੈ। ਤੇ ਇਹ ਮਹਾਰਾਜ ਹੁਣ ਮੇਰੇ ਮਨ ਨੂੰ ਤਸੱਲੀ ਹੋਈ ਵੀ ਜਿਨ੍ਹਾਂ ਦਾ ਸਮਾਂ ਆਇਆ ਹੁੰਦਾ, ਜਿਨਕੀ ਚੀਰੀ ਦਰਗਾਹ ਪਾਟੀ, ਦਰਗਾਹ ਤੋਂ ਜਿਹਦੀ ਚਿੱਠੀ ਪਾੜ ਜਾਂਦੀ ਉਹਨੂੰ ਕੋਈ ਨਹੀਂ ਰੱਖ ਸਕਦਾ। ਇਹਨਾਂ ਦੀ ਦਰਗਾਹ ਦੀ ਚਿੱਠੀ ਫਟੀ ਸੀਗੀ ਤੇ ਇਹ ਭਾਣਾ ਐਵੇਂ ਹੀ ਵਰਤਣਾ ਸੀਗਾ। ਇਸ ਵਾਸਤੇ ਸੱਚੇ ਪਾਤਸ਼ਾਹ ਮੈਨੂੰ ਤਸੱਲੀ ਹੋ ਗਈ ਹੈ। ਚਾਉ ਪਏ ਇਸ ਬੇਦ ਬੈਸੇ ਕਰਤ ਬਿਲਾਸੋ। ਆਇਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਨਿਧਾਨ ਗਰੀਬ ਨਿਵਾਜ ਜੀ ਕਿਰਪਾ ਕਰ ਰਹੇ ਸਜੇ ਹੋਏ ਹਨ। ਸਤ ਸੰਗ ਜਗ ਭਗਤ ਪ੍ਰਕਾਸ਼ੋ। ਸੋ ਸਤ ਸੰਗ ਕਰਨਾ ਤੇ ਭਗਤੀ ਦਾ ਪ੍ਰਕਾਸ਼, 9 ਪ੍ਰਕਾਰ ਦੀ ਭਗਤੀ ਸਾਧ ਸੰਗਤ ਜੀ ਮੰਨੀ ਜਾਂਦੀ ਹੈ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਕੇਵਲ ਇੱਕ ਹੀ ਪ੍ਰਕਾਰ ਦੀ ਭਗਤੀ ਸਰਵਉੱਚ ਦੱਸੀ ਹੈ, ਪ੍ਰੇਮਾ ਭਗਤੀ। ਪਸੰਦਿਆਂ ਖਲੰਦਿਆਂ ਪੈਨੰਦਿਆਂ ਵਿੱਚੇ ਹੋਵੇ ਮੁਕਤ, ਖਾਂਦਿਆਂ ਪੀਂਦਿਆਂ ਹੱਸਦਿਆਂ ਖੇਡਦਿਆਂ, ਪਰਿਵਾਰ ਵਿੱਚ ਰਹਿੰਦਿਆਂ, ਇਕੱਲੇ ਰਹਿੰਦਿਆਂ, ਕੰਮ ਕਰਦਿਆਂ ਤੇ ਸਿਮਰਨ ਕਰਨਾ। ਤੇ ਸਿਮਰਨ ਕਰਨ ਦੇ ਨਾਲ ਹੀ ਮੁਕਤੀ ਹੋ ਜਾਂਦੀ ਹੈ। ਕੋਈ ਹਠ ਯੋਗ ਕਰਨ ਦੀ ਲੋੜ ਨਹੀਂ ਹੈ। ਕੋਈ ਸਰਦੀਆਂ ਦੇ ਵਿੱਚ ਜਲ ਧਾਰੇ ਕਰਨੇ, 100 ਗਾਗਰ ਸਿਰ 'ਚ ਪਾਣੀ ਦੀ ਪਵਾ ਲੈਣੀ, ਬਰਫ਼ ਵਰਗਾ ਪਾਣੀ। ਜੇਠ ਹਾੜ ਦੇ ਦਿਨਾਂ ਵਿੱਚ ਗਰਮੀ ਪੈਣੀ ਅੰਤਾਂ ਦੀ, ਤੇ 21 ਧੂਣੇ ਤਾ ਕੇ ਵਿੱਚ ਬੈਠ ਜਾਣਾ, ਆਪਣੇ ਸਰੀਰ ਨੂੰ ਸਾੜਨਾ। ਇਹ ਮਹਾਰਾਜ ਨੇ ਵਿਵਰਜਿਤ ਕੀਤਾ ਹੈ ਇਸ ਗੱਲ ਤੋਂ। ਸੋ ਪ੍ਰੇਮਾ ਭਗਤੀ ਦਾ ਸੱਚੇ ਪਾਤਸ਼ਾਹ ਮਹਾਰਾਜ ਪ੍ਰਵਾਹ ਚਲਾਇਆ ਹੋਇਆ। ਲਾਲੋ ਦਵੇਜ ਪੁਰ ਮਹਿ ਤਬ ਆਏ। ਤੇ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਥੋਂ ਲਾਲੋ ਦੇ ਘਰੇ ਪਹੁੰਚ ਗਏ ਹਨ। ਨਿਜ ਪਰਿਵਾਰ ਨਿਕੇਤ ਬਸਾਏ। ਉਹ ਜਿਹੜਾ ਲਾਲੋ ਤੇ ਬ੍ਰਾਹਮਣ ਸੀ ਨਾ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਬ੍ਰਾਹਮਣ ਨੂੰ ਕਿਹਾ ਸੀ, ਕਿਉਂਕਿ ਜਦ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਦੇਖਿਆ ਵੀ ਇਹਨਾਂ ਸਾਧੂਆਂ ਫਕੀਰਾਂ ਦੀ ਬੇਪਤੀ ਹੋਈ ਹੈ, ਤੇ ਲਾਲੋ ਜੀ ਵੀ ਨਾਲ ਹੀ ਆ ਗਏ ਸੀਗੇ। ਭਾਈ ਮਰਦਾਨੇ ਜੀ ਦੇ ਭੁੱਜੇ ਹੋਏ ਦਾਣੇ ਛੋਲਿਆਂ ਦੇ ਲਿਆ ਕੇ ਮਹਾਰਾਜ ਨੂੰ ਭੇਟਾ ਕੀਤੇ ਸੀਗੇ। ਤੇ ਉਸ ਵੇਲੇ ਸਤਿਗੁਰਾਂ ਨੇ ਬਚਨ ਕੀਤੇ ਸੀਗੇ,
ਭਾਈ ਲਾਲੋ ਪਾਪ ਕੀ ਜੰਜ ਲਉ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨਵੇ ਲਾਲੋ। ਇਹ ਸਾਰਾ ਸ਼ਬਦ ਸੱਚੇ ਪਾਤਸ਼ਾਹ ਮਹਾਰਾਜ ਨੇ ਪੜ੍ਹ ਕੇ ਸੁਣਾਇਆ ਸੀ ਵੀ ਜੋ ਜੋ ਇਹ ਸ਼ਹਿਰ ਦੇ ਵਿੱਚ ਹੋਣਾ ਹੈ। ਇੱਕ ਬ੍ਰਾਹਮਣ ਨੇ ਸੁਣਿਆ ਸੀਗਾ ਮਹਾਰਾਜ ਦੇ ਇਹਨਾਂ ਬਚਨਾਂ ਨੂੰ, ਚੱਟ ਦੇਣੀ ਘਰੇ ਗਿਆ, ਸੋਹਣਾ ਪ੍ਰਸ਼ਾਦੇ ਤਿਆਰ ਕਰਕੇ ਲਿਆਇਆ ਤੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਤੁਹਾਡੇ ਬਚਨ ਪੂਰੇ ਹੋ ਜਾਂਦੇ ਐ, ਇਹ ਨਗਰ ਉਜੜ ਜਾਵੇਗਾ, ਬਚਨ ਵਾਪਸ ਲੈ ਲਵੋ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਾਧ ਦਾ ਬਚਨ ਤੇ ਹਾਥੀ ਦੇ ਦੰਦ ਕਦੀ ਨਹੀਂ ਦੁਬਾਰਾ ਮੂੰਹ ਵਿੱਚ ਪੈਂਦੇ। ਸਾਧ ਹੋਵੇ ਪੂਰਾ ਤੇ ਬਚਨ ਕਰ ਦਵੇ, ਉਹ ਦੁਬਾਰਾ ਵਾਪਸ ਨਹੀਂ ਹੁੰਦਾ। ਜਿਵੇਂ ਹਾਥੀ ਦੇ ਦੰਦ ਨਹੀਂ ਨਾ ਬਾਹਰ ਨੂੰ ਨਿਕਲੇ ਹੋਏ ਮੂੰਹ ਵਿੱਚ ਜਾਂਦੇ, ਐਵੇਂ ਸਾਧ ਦੇ ਬਚਨ ਵੀ ਨਹੀਂ ਖਾਲੀ ਜਾਂਦੇ। ਕਿਉਂਕਿ ਸਾਧ ਸੰਗਤ ਜੀ ਗੁਰਬਾਣੀ ਨੇ ਵੀ ਮੋਹਰਾਂ ਇੱਕ ਜਗ੍ਹਾ ਨਹੀਂ ਅਨੇਕਾਂ ਜਗ੍ਹਾ 'ਤੇ ਲਾਈਆਂ ਹੋਈਆਂ। ਚੰਦ ਬਨਾਸੀ ਸੂਰ ਬਨਾਸੀ, ਇੱਕ ਸਾਧ ਬਚਨ ਅਟਲਾਦਾ, ਸਾਰਾ ਨਾਸ ਹੋ ਜਾਵੇਗਾ, ਪਰ ਸਾਧੂਆਂ ਦੇ ਬਚਨ ਜਿਹੜੇ ਅਟਲ ਹਨ, ਜੋ ਕਹਿ ਦੇਣ। ਤੇ ਉਹ ਬ੍ਰਾਹਮਣ ਕਹਿਣ ਲੱਗਾ, ਅੱਛਾ ਮਹਾਰਾਜ ਇਹ ਤੇ ਬੜਾ ਭਾਣਾ। ਮਹਾਰਾਜ ਕਹਿਣ ਲੱਗੇ, ਅੱਛਾ ਭਾਣਾ ਤੇ ਐਵੇਂ ਵਰਤੂਗਾ, ਤੂੰ ਤੇ ਇਹ ਸਾਡਾ ਸਿੱਖ ਲਾਲੋ ਦੋਵੇਂ ਹੀ ਨਾ ਇੱਥੋਂ 4 ਕੋਹ ਤੇ ਦੂਰ ਇੱਕ ਸੁੱਕਾ ਤਲਾਬ ਹੈ, ਆਪਣਾ ਪਰਿਵਾਰ ਲੈ ਕੇ ਉੱਥੇ ਚਲ ਜਾਓ, ਬਾਜ ਜਾਵੋਗੇ। ਇਹ ਹਨੇਰ ਆਊਗਾ, ਵਾਕੇ ਅੱਗੇ ਲੰਘ ਜਾਊਗਾ, ਤੁਸੀਂ ਵਾਪਸ ਆਪਣੇ ਘਰੇ ਆ ਜਾਣਾ। ਮਹਾਰਾਜ ਦਾ ਬਚਨ ਮੰਨ ਕੇ ਆਪਣੇ ਪਰਿਵਾਰ ਲੈ ਕੇ ਭਾਈ ਲਾਲੋ ਜੀ ਤੇ ਉਹ ਬ੍ਰਾਹਮਣ ਪੰਡਤ ਉਹ ਸੁੱਕੇ ਤਲਾਬ ਤੇ ਪਹੁੰਚ ਗਏ ਸੀ। ਜਦੋਂ ਐ ਸ਼ਾਂਤੀ ਹੋ ਗਈ, 4 ਚੁਫੇਰੇ ਆਪਣਾ ਪਰਿਵਾਰ ਲੈ ਕੇ ਵਾਪਸ ਆ ਗਏ। ਸਰਬ ਬ੍ਰਤਾਂਤ ਦੇਖ ਪੁਰ ਕੇਰਾ, ਤੇ ਨਗਰ ਦੇ ਸਾਰਾ ਹਾਲਾਤ ਵੇਖਿਆ ਵੀ ਇਹ ਕੀ ਹੋਇਆ। ਹੱਸਦਾ ਬਸਦਾ ਰਸਦਾ ਸ਼ਹਿਰ ਉਜੜਿਆ ਪਿਆ ਹੈ। ਮਹਾ ਭਿਆਨ ਲਗਹਿ ਚਾਹੁ ਫੇਰਾ, 4 ਚੁਫੇਰੇ ਉਹ ਜਿੱਥੇ ਬਾਜੇ ਗਾਜੇ ਵੱਜਿਆ ਕਰਦੇ ਸੀ, ਵਿਆਹ ਵਰਗੀਆਂ ਰੌਣਕਾਂ ਰਹਿੰਦੀਆਂ ਸਨ, ਅੱਜ ਉਹੀ ਸ਼ਹਿਰ ਮੜੀਆਂ ਬਣਿਆ ਪਿਆ। ਥਾਂ ਥਾਂ ਤੇ ਲੋਥਾਂ ਖਿਲਰੀਆਂ ਹੋਈਆਂ, ਕੁੱਤੇ ਚੀਕਦੇ ਐ, ਗਿੱਦੜ ਹਵਾਂਕਦੇ ਐ, ਇੱਲਾਂ ਮਾਸ ਦੀਆਂ ਬੋਟੀਆਂ ਲੈ ਕੇ ਆਕਾਸ਼ ਵਿੱਚ ਕਲੋਲਾਂ ਕਰਦੀਆਂ, ਕਾਂ ਮਾਸ ਖਾ ਰਹੇ ਨੇ ਮਰੇ ਹੋਏ ਮਨੁੱਖਾਂ ਦਾ। ਮੰਦੀ ਹਾਲਤ ਹੋਈ ਪਈ ਹੈ, ਸਾਰਾ ਸ਼ਹਿਰ ਢੱਠਾ ਪਿਆ। ਇਹ ਦੇਖ ਕੇ ਬੜਾ ਮਨ ਦੁਖਿਆ। ਪੁਨ ਦੋਨੋਂ ਪ੍ਰਭ ਟੇਗ ਚੱਲ ਆਏ, ਉਹ ਬ੍ਰਹਮ ਦੋਵੇਂ ਜਿਹੜੇ ਸੀ ਨਾ, ਭਾਈ ਲਾਲੋ ਸਾਹਿਬ ਜੀ ਤੇ ਉਹ ਬ੍ਰਾਹਮਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਆਏ। ਪਦ ਪੰਕਜ ਪਰ ਲਪਟਾਏ, ਆਣ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਢਹਿ ਪਏ। ਭਾਨ ਸਮਾਨ ਸਰੂਪ ਨਿਹਾਰਾ, ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਚਿਹਰਾ ਕਰੋੜਾਂ ਹੀ ਸੂਰਜਾਂ ਤੋਂ ਜ਼ਿਆਦਾ ਪ੍ਰਕਾਸ਼ਮਾਨ ਹੋ ਰਿਹਾ ਹੈ। ਅੰਬਕ ਅੰਬੁਜ ਬਿਕਸੇ ਚਾਰਾ, ਅਤੇ ਨੇਤਰ ਬੜੇ ਸੋਹਣੇ ਸੁੰਦਰ। ਉਹ ਕਵਲ ਫੁੱਲ ਦੇ ਵਿੱਚ ਵੀ ਐਬ ਹੈ, ਸੂਰਜ ਨਾ ਚੜੇ ਤੇ ਉਹ ਖਿਲਦੇ ਹੀ ਨਹੀਂ ਹਨ, ਪਰ ਸਤਿਗੁਰਾਂ ਦੇ ਅਖੰਡ ਕਵਲ ਵਰਗੇ ਨੇਤਰ ਖਿਲੇ ਹੋਏ ਹਨ। ਅਨੇਕ ਭਾਂਤ ਕੇ ਉਸਤਤ ਠਾਨੇ, ਅਨੇਕਾਂ ਪ੍ਰਕਾਰ ਦੀ ਉਸਤਤੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਣ ਕੇ ਇਹਨਾਂ ਦੋਨਾਂ ਪਿਆਰਿਆਂ ਨੇ ਕੀਤੀ। ਪਰਮ ਪ੍ਰਸਿੱਧਤ ਭੇ ਗੁਣ ਖਾਨੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਬਹੁਤ ਪ੍ਰਸੰਨ ਹੋ ਰਹੇ ਹਨ। ਦੋਨੋਂ ਨਗਰ ਬਿਖੈ ਪਉਨ ਜਾਏ, ਇਸ ਤਰ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਇਹ ਦੋਨੋਂ ਹੀ ਨਗਰ ਦੇ ਵਿੱਚ ਗਏ ਆ, ਜੋ ਉਜੜਿਆ ਹੋਇਆ ਹੈ, ਮੜੀਆਂ ਮਸਾਣਾ ਵਰਗਾ ਬਣਿਆ ਹੋਇਆ ਹੈ। ਅਨੇਕ ਪ੍ਰਕਾਰਨ ਮਹਿਮਾ ਗਾਏ, ਤੇ ਜਾ ਕੇ ਲੋਕਾਂ ਨੂੰ ਦੱਸਿਆ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਸਲ ਖੁਦਾ ਹਨ, ਅਸਲ ਰੱਬ ਹਨ। ਹਿੰਦੂ ਤੁਰ ਕਹੂ ਤੇ ਸਭ ਜੇ, ਇਹ ਜਿੰਨੇ ਵੀ ਲੋਕ ਸੀਗੇ ਸ਼ਹਿਰ ਦੇ ਰਹਿਣ ਵਾਲੇ ਬਚੇ ਹੋਏ, ਕੀ ਹਿੰਦੂ ਕੀ ਮੁਸਲਮਾਨ, ਆਨ ਚਰਨ ਲਪਟਾਨੇ ਤੇ ਇਹ ਸਾਰੇ ਆਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਢੇਰੀ ਹੋ ਪਏ, ਢਹਿ ਪਏ। ਭੀਰ ਪਈ ਚਾਹ ਦੇਸ਼ ਜਗ ਤੇ ਸ਼ਾ, 4 ਚੁਫੇਰੇ ਸੰਗਤਾਂ ਦੀ ਲੋਕਾਂ ਦੀ ਭੀੜ ਲੱਗੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ। ਸਤਨਾਮ ਦੇਨੋ ਉਪਦੇਸ਼ਾ, ਗਰੀਬ ਨਿਵਾਜ ਸਾਹਿਬ ਜੀ ਨੇ ਸਾਰਿਆਂ ਨੂੰ ਸੱਚੇ ਨਾਮ ਦੀ ਵਡਿਆਈ ਮਹਿਮਾ ਦਾ ਉਪਦੇਸ਼ ਬਖਸ਼ਿਆ ਹੈ। ਸੰਤ ਅਤਿਥ ਕੇ ਸੇਵਾ ਕਰਨੇ, ਗਰੀਬ ਨਿਵਾਜ ਕਹਿਣ ਲੱਗੇ, ਭਾਈ ਸਾਧੂਆਂ ਦੀ ਬੇਅਦਬੀ ਨਹੀਂ ਕਰਨੀ ਚਾਹੀਦੀ। ਸਾਰੇ ਜੰਗਲ ਦੇ ਵਿੱਚ ਸ਼ੇਰ ਨਹੀਂ ਹੁੰਦੇ ਸੰਗਤ ਜੀ, ਤੇ ਸਾਰੇ ਜੰਗਲ ਦੇ ਵਿੱਚ ਗਿੱਦੜ ਵੀ ਨਹੀਂ ਹੁੰਦੇ। ਕਿਸੇ ਦੇ ਭੇਖ ਨੂੰ ਵੇਖ ਕੇ ਖੋਟੇ ਬੋਲ ਬੋਲਣੇ, ਬੇਅਦਬੀ ਕਰਨੀ, ਨਿੰਦਿਆ ਕਰਨੀ, ਇਹ ਸੋਭਦੀ ਨਹੀਂ, ਖਾਸ ਕਰ ਗ੍ਰਸਤੀਆਂ ਵਾਸਤੇ। ਪਤਾ ਨਹੀਂ ਸਾਧੂ ਦੀ ਮੰਜ਼ਿਲ ਕਿੱਥੇ ਤੱਕ ਪਹੁੰਚੀ ਹੋਈ ਹੈ, ਕਿਹੜੇ ਸਰੂਪ ਦੇ ਵਿੱਚ ਹੈ ਸਾਧੂ ਵਿਚਰਿਆ। ਮਹਾਰਾਜ ਕਹਿਣ ਲੱਗੇ, ਭਾਈ ਕਿਸੇ ਸਾਧੂ ਦੀ ਨਿੰਦਿਆ ਨਹੀਂ ਕਰਨੀ, ਕਿਸੇ ਸਾਧੂ ਦੀ ਬੇਪਤੀ ਨਹੀਂ ਕਰਨੀ ਹੈ।
तेह की महिमा बहु वेद बरने। ਇਹ ਸਾਧੂਆਂ ਦੀ ਮਹਿਮਾ ਤੇ ਸਤਿਗੁਰੂ ਜੀ ਨੇ ਦੱਸੀ, ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹਨਾਂ ਦੀ ਮਹਿਮਾ ਤੇ ਕਹੀ ਨਹੀਂ ਜਾਂਦੀ ਸਾਧੂਆਂ ਦੀ। द्वै दिन पून प्रभु तहाँ बिताए। ਇਸ ਤਰ੍ਹਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ 2 ਦਿਨ ਹੋਰ ਰਹੇ ਅਮਨਾਬਾਦ ਦੇ ਵਿੱਚ। गमने अपरथान मन पाए। ਉਪਰੰਤ ਸੱਚੇ ਪਾਤਸ਼ਾਹ ਮਹਾਰਾਜ ਨੇ ਚਾਲਾ ਪਾਇਆ, ਅਮਨਾਬਾਦ ਵਿੱਚੋਂ ਅੱਗੇ ਚੱਲੇ ਹਨ। संतान चीर शरीर साजह। ਸਰੀਰ ਦੇ ਉੱਤੇ ਸਾਧੂਆਂ ਵਾਲਾ ਭੇਖ ਧਾਰਨ ਕੀਤਾ ਹੋਇਆ ਸੱਚੇ ਪਾਤਸ਼ਾਹ ਮਹਾਰਾਜ ਨੇ। सुभाग सीता सेत शामश बिराज है। ਔਰ ਜਿਹੜਾ ਦਾੜਾ ਤੇ ਮਸ਼ਹਿਰੇ ਹਨ ਉਹ ਸਿੱਧ ਅਸਿੱਧ, ਅੱਧਾ ਕੁ ਦਾੜਾ ਮਹਾਰਾਜ ਦਾ ਕਾਲਾ ਹੈ ਤੇ ਅੱਧਾ ਕੁ ਚਿੱਟਾ ਹੈ। ਆਪਣੀ ਭਾਸ਼ਾ ਦੇ ਵਿੱਚ ਕਰੜ ਬਰੜਾ ਜਿਹਨੂੰ ਕਹਿ ਦਿੰਦੇ, ਅੱਧਾ ਕੁ ਚਿੱਟਾ ਅੱਧਾ ਕਾਲਾ, ਇਹੀ ਜਿਹਾ ਦਾੜਾ ਹੈ ਉਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਦਾ। तीन लोक को करता जो। ਸਾਰੀ ਸ੍ਰਿਸ਼ਟੀ ਦੇ ਕਰਨਹਾਰੇ ਹਨ ਜੋ ਸੱਚੇ ਪਾਤਸ਼ਾਹ ਮਹਾਰਾਜ। बेख फकीरे बिचरात सो। ਐਸੇ ਰਾਜ ਨੇ ਫਕੀਰਾਂ ਵਾਲਾ ਭੇਖ ਅੱਜ ਧਾਰਨ ਕੀਤਾ ਹੋਇਆ ਹੈ। ਮੰਦ ਮੰਦ ਮਗ ਬਿਖਾਇ ਸੁਹਾਏ। ਸੱਚੇ ਪਾਤਸ਼ਾਹ ਮਹਾਰਾਜ ਆਸਤਾ ਆਸਤਾ ਚਲੇ ਜਾ ਰਹੇ ਹਨ ਏਮਨਾਬਾਦ ਤੋਂ ਚੱਲ ਕੇ। ਸਸੁਰੇ ਨਗਰ ਨਿਕਟ ਚੱਲ ਆਏ। ਤੇ ਯਾਦ ਆਈ, ਕਹਿਣ ਲੱਗੇ ਵੀ ਚਲੋ ਸਹੁਰਿਆਂ ਦੇ ਘਰ ਨੂੰ ਚੱਲੀਏ। ਚਲਦੇ ਚਲਦੇ ਸੱਚੇ ਪਾਤਸ਼ਾਹ ਮਹਾਰਾਜ ਸਹੁਰਿਆਂ ਨੂੰ ਆ ਗਏ। ਵਹਿਰ ਅਜਿਤੇ ਕੋਪ ਸੁਹਾਇਆ। ਸਹੁਰਿਆਂ ਦੇ ਨਗਰ ਬਟਾਲੇ ਬਾਹਰ ਸਾਧ ਸੰਗਤ ਜੀ ਇੱਕ ਖੂਹ ਸੀਗਾ ਭਾਈ ਜਿੱਤੇ ਜੀ ਦਾ, ਸੋਹਣਾ ਸੁੰਦਰ। ਹੋਤੇ ਸਾਗਨ ਸੁੰਦਰ ਤੇਹ ਛਾਇਆ। ਉਹ ਖੂਹ ਦੀ ਬਹੁਤ ਸੋਹਣੀ ਠੰਡੀ ਛਾਂ ਸੀਗੀ। ਦੇਖ ਥਾਨ ਰਮਣੀਕ ਗੁਸਾਈ। ਸੁੰਦਰ ਰਮਣੀਕ ਜਗ੍ਹਾ ਦੇਖ ਕੇ ਸੱਚੇ ਪਾਤਸ਼ਾਹ ਮਹਾਰਾਜ ਬੈਠ ਗਏ ਹਮ ਸੋ ਬਿਗਸਾਏ। ਤੇ ਬੈਠ ਗਏ। ਬਾਬਾ ਬਾਲਾ ਜੀ ਕਹਿੰਦਾ ਹੈ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਮੈਂ ਵੀ ਨਾਲ ਸੀਗਾ, ਭਾਈ ਮਰਦਾਨਾ ਜੀ ਵੀ ਨਾਲ ਸੀਗੇ, ਤੇ ਤੀਏ ਸਤਿਗੁਰੂ ਸੱਚੇ ਪਾਤਸ਼ਾਹ ਸਾਰੀ ਸ੍ਰਿਸ਼ਟੀ ਦੇ ਕਰਤਾ ਰਚਨਹਾਰੇ। ਸੈਲ ਵਿਸਾਲ ਕੀਨ ਸਭ ਦੇਸ਼ਾ। ਬੜੇ ਦੇਸ਼ਾਂ ਦੀ ਸੈਰ ਕਰਵਾਈ ਸਤਿਗੁਰਾਂ ਨੇ, ਪਤਾ ਹੀ ਕੋਈ ਨਹੀਂ ਕਿੰਨੇ ਕੁ ਮੁਲਕਾਂ ਦੇ ਵਿੱਚ ਲੈ ਕੇ ਗਏ। ਉਤੇ ਨਿਦੇਸ਼ ਐਸ ਜਗ ਤੇਸ਼ਾ। ਇਹ ਐ ਸੱਚੇ ਪਾਤਸ਼ਾਹ ਮਹਾਰਾਜ ਦਾ ਹੁਕਮ ਸੀਗਾ। ਕਿਤਕ ਕਾਲ ਅਬ ਬੈਸ ਬਿਤਾਵਾਂ। ਜਦ ਕੁਝ ਕੁ ਸਮਾਂ ਹਜੂਰ ਨੇ ਬਤੀਤ ਕੀਤਾ ਭਾਈ ਜਿੱਤੇ ਦੇ ਖੂਹ ਤੇ ਬੈਠ ਕੇ। ਮਗਨ ਆਨੰਦ ਪ੍ਰਭੂ ਗੁਣ ਗਾਵਾਂ। ਸੋ ਪਰਮੇਸ਼ਵਰ ਦੇ ਰੰਗ ਦੇ ਵਿੱਚ ਰੰਗੇ ਹੋਏ ਮਗਨ ਹਨ, ਮਸਤ ਹਨ, ਪ੍ਰਭੂ ਦੇ ਗੁਣ ਗਾਉਂਦੇ ਆ। ਸੰਸਾਰੀ ਬਚਨ ਕੋਈ ਨਹੀਂ ਕਰਦੇ ਸੱਚੇ ਪਾਤਸ਼ਾਹ ਮਹਾਰਾਜ। ਮਾਨੁਖ ਏਕ ਬਿਲੋਕਤ ਦੌਰਾ। ਇੱਕ ਆਦਮੀ ਨੇ ਦੇਖਿਆ, ਪਛਾਣ ਲਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ। ਸੁਧ ਕੇ ਨੇ ਮੂਲਾ ਜੇ ਸਠੌਰਾ। ਇਹ ਭੱਜ ਕੇ ਗਿਆ ਹੈ ਸਤਿਗੁਰੂ ਗਰੀਬ ਨਿਵਾਜ ਜੀ ਦੇ ਸਹੁਰੇ ਦੇ ਪਾਸ। ਵਹਿਰ ਜਮਾਤਾ ਆਇਓ ਤੇਰੋ। ਭਾਈ ਮੂਲੇ ਨੂੰ ਜਾ ਕੇ ਕਹਿਣ ਲੱਗਾ ਕਿ ਤੁਹਾਡਾ ਜਵਾਈ ਆਇਆ ਹੈ ਬਾਹਰ। ਨਿਗਸੇ ਜੇਹ ਭਾ ਕਾਲ ਕਨੇਰੋ। ਸੋ ਜਿਹਨੂੰ ਬਹੁਤ ਸਮਾਂ ਹੋਇਆ ਘਰੋਂ ਗਏ ਹੋਏ ਨੂੰ। ਸੁਧ ਸੁਨ ਕਾ ਤੋਰਨ ਉਠ ਧਾਇਓ। ਇਹ ਜਿਸ ਵੇਲੇ ਖਬਰ ਸੁਣੀ ਤੇ ਸਤਿਗੁਰਾਂ ਦੇ ਸਹੁਰਾ ਸਾਹਿਬ ਪਟਵਾਰੀ ਜੀ ਚੱਲ ਪਏ ਹਨ। ਸੰਗ ਅਜਿਤੇ ਕੋ ਲੈ ਆਇਓ। ਸੋ ਬਾਬਾ ਅਜਿੱਤਾ ਜੀ ਵੀ ਨਾਲ ਹੈ ਤੇ ਦੋਵੇਂ ਹੀ ਇਹ ਮਿੱਤਰ ਵੀ ਹਨ, ਰਿਸ਼ਤੇਦਾਰੀ ਵਿੱਚੋਂ ਭਰਾ ਵੀ ਲੱਗਦੇ ਆ। ਬਾਬੇ ਜੀ ਨੇ ਲੈ ਕੇ ਭਾਈ ਅਜਿੱਤੇ ਨੂੰ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਵੱਲ ਨੂੰ ਚੱਲ ਪਏ। ਕਾਬ ਕੋ ਰਹਿਓ ਕ੍ਰੋਧ ਔਰ ਪੂਰੇ। ਬਹੁਤ ਗੁੱਸਾ ਮਹਾਰਾਜ ਦੇ ਸਹੁਰੇ ਦੇ ਮਨ ਵਿੱਚ ਭਰਿਆ ਹੋਇਆ ਹੈ। ਵੇਖ ਫਕੀਰੇ ਦੇਖਿਓ ਦੂਰੇ। ਕਿਉਂਕਿ ਦੂਰ ਤੋਂ ਦੇਖਿਆ ਮਹਾਰਾਜ ਦਾ ਜਿਹੜਾ ਭੇਖ ਹੈ ਉਹ ਫਕੀਰੀ ਧਾਰਨ ਕੀਤਾ ਹੋਇਆ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਖਫਣੀ ਪਾਈ ਹੋਈ ਹੈ। ਕੋਈ ਵਿਚਾਰ ਕਰਦੇ ਗਿਲਤੀ ਦਾ ਵੀ ਫੋਟੋ, ਕਈ ਪੁਰਾਤਨ ਮਹਾਰਾਜ ਜਦ ਬਗਦਾਦ ਵਿੱਚ ਸੀ ਉੱਥੇ ਕਿਸੇ ਨੇ ਸੱਚੇ ਪਾਤਸ਼ਾਹ ਦਾ ਪੁਰਾਣਾ ਫੋਟੋ ਤਾਰਿਆ ਸੀ। ਵੱਡੀ ਦਸਤਾਰ ਹੈ ਮਹਾਰਾਜ ਦੇ ਤੇ ਗਿਲਤੀ ਲਾਈ ਹੋਈ ਹੈ, ਹੱਥ ਵਿੱਚ ਡੰਡਾ ਫੜਿਆ ਹੈ, ਪੈਰਾਂ ਵਿੱਚ ਪੌਂਗੇ ਹੈ ਮਹਾਰਾਜ ਦੇ। ਉਸ ਫੋਟੋ ਤੋਂ ਕਈ ਅੱਗੇ ਫੋਟੋਆਂ ਬਣੀਆਂ ਬਗਦਾਦ ਵਿੱਚ, ਉਹ ਫੋਟੋ ਉਤਰੀ ਦੱਸੀ ਜਾਂਦੀ। ਰਹੋ ਵਿਚਾਰ, ਜੋ ਸਮੇਂ ਫਕੀਰਾਂ ਦਾ ਭੇਸ ਸੀਗਾ ਉਹ ਫਕੀਰੀ ਬਾਣਾ ਮਹਾਰਾਜ ਨੇ ਧਾਰਿਆ ਹੋਇਆ। ਦੂਰ ਤੋਂ ਦੇਖਿਆ ਮਹਾਰਾਜ ਦੇ ਸਹੁਰੇ ਨੇ ਕਿ ਇਹ ਮੇਰਾ ਜਵਾਈ ਬੈਠਾ ਹੈ।
ਸਾਧੂਆਂ ਦੇ ਕੱਪੜੇ ਪਾ ਕੇ ਮਨ ਵਿੱਚ ਬੜਾ ਗੁੱਸਾ ਆਇਆ ਆਦਿਕ ਕ੍ਰੋਧ ਹਿਰਦੇ ਮਹਿ ਹੋਵਾ ਤੇ ਬਹੁਤ ਗੁੱਸੇ ਦੇ ਵਿੱਚ ਭਰਿਆ ਪੀਤਾ ਹੋਇਆ ਭਾਈ ਮੂਲਾ ਜੀ ਗਇਓ ਸਮੇਪ ਠਾਂਡ ਹਵੈ ਜੋਵਾ ਅਤੇ ਲਾਗੇ ਚਲੇ ਗਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ। ਬਹੁ ਕਠੋਰ ਮੁਖ ਬਚਨ ਅਲਾਵਾ ਕੋਈ ਪਿਆਰ ਵਾਲਾ ਬੋਲ ਨਹੀਂ ਹੈ, ਬਹੁਤ ਗੁੱਸੇ ਦੇ ਵਿੱਚ ਭਰੇ ਪੀਤੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕੌੜੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ। ਛਾਤੇ ਦਾਹ ਕਰਨ ਤੁਮ ਆਵਾ ਕਹਿਣ ਲੱਗੇ ਉਹ ਮੇਰਿਆ ਜਵਾਈਆ ਮੇਰੀ ਹਿੱਕ ਫੂਕਣ ਵਾਸਤੇ ਆ ਗਿਆ ਤੂੰ ਮੇਰੇ ਪਿੰਡ। ਪਿਖੈ ਸਹੋਦਰ ਜਬ ਇਸ ਚਾਲਾ ਆ ਤੇਰੇ ਬਾਣੇ ਨੂੰ ਜਦ ਮੇਰੇ ਭਰਾ ਮੇਰੀ ਬਰਾਦਰੀ ਮੇਰੇ ਸਰੀਕੇ ਵਾਲੇ ਦੇਖਣਗੇ ਪੀੜਾ ਵਿਆਪ ਹੈ ਮੁਝ ਹੈ ਵਿਸਾਲਾ ਤੇ ਮੈਨੂੰ ਉਸ ਵੇਲੇ ਵੱਡਾ ਭਾਰੀ ਦੁੱਖ ਹੋਵੇਗਾ। ਕੀ ਕਹਿਣਗੇ ਇਹ ਮੂਲੇ ਦਾ ਜਵਾਈ ਜਿਹੜਾ ਸਾਧ ਬਣ ਗਿਆ, ਇਹ ਲੋਕ ਮੈਨੂੰ ਕਹਿਣਗੇ ਤੇ ਮੈਨੂੰ ਧਰਤੀ ਨੇ ਉਸ ਵੇਲੇ ਵੇਲ ਨਹੀਂ ਦੇਣਾ, ਮੇਰਾ ਉਸ ਵੇਲੇ ਅੰਤ ਹੋ ਜਾਣਾ ਹੈਗਾ। ਇਹ ਤੂੰ ਕੀ ਭੇਖ ਧਾਰ ਕੇ ਆ ਗਿਆ ਮੇਰੇ ਪਿੰਡ ਵਿੱਚ? ਨਿਜ ਇਸਤਰੀ ਤਜ ਕਰ ਸੁਤ ਦੋ ਤੂੰ ਆਪਣੇ ਪੁੱਤਰਾਂ ਨੂੰ ਤਿਆਗ ਦਿੱਤਾ, ਆਪਣੀ ਇਸਤਰੀ ਨੂੰ ਤਿਆਗ ਦਿੱਤਾ। ਨਹੀਂ ਆਏ ਸੁਧ ਲੈਨੇ ਕੋ ਕਦੀ ਆਣ ਕੇ ਖਬਰ ਲਈ ਹੈ ਵੀ ਮੇਰੀ ਘਰ ਵਾਲੀ ਕਿੱਥੇ ਹੈ, ਮੇਰੇ ਬੱਚਿਆਂ ਦਾ ਕੀ ਹਾਲ ਹੈ? ਦੋਹਰਾ ਸਿਰੇ ਚੰਦ ਜੈ ਰਾਮ ਕਰ ਕੀਨੇ ਆਨੰਦ ਬਿਲਾਸ ਸੋ ਜਦ ਤੂੰ ਛੱਡ ਕੇ ਚਲੇ ਗਿਓ ਆਪਣੇ ਬੱਚਿਆਂ ਨੂੰ, ਉਸ ਵੇਲੇ ਸ਼੍ਰੀ ਚੰਦ ਨੂੰ ਤੇ ਲੈ ਲਿਆ ਸੀ ਤੇਰੇ ਭੈਣ ਭਣੋਈਏ ਨੇ ਜੈ ਰਾਮ ਜੀ ਨੇ, ਤੇ ਜੈ ਰਾਮ ਦੇ ਘਰੇ ਬੜੇ ਆਨੰਦ ਮਾਣੇ ਐ ਸ਼੍ਰੀ ਚੰਦ ਨੇ ਤੇਰੇ ਵੱਡੇ ਪੁੱਤਰ ਨੇ। ਜਬ ਕੋ ਤੈਨ ਪਰਲੋਕ ਪਾ ਆਇਓ ਮੋਰ ਆਵਾਸ ਤੇ ਜਦੋਂ ਦੇ ਤੇਰੇ ਉਹ ਭਣੋਈਆ ਭੈਣ ਚੱਲ ਵਸੇ ਐ ਤਦੋਂ ਤੋਂ ਹੀ ਉਹ ਵੱਡਾ ਤੇਰਾ ਪੁੱਤਰ ਮੇਰੇ ਕੋਲ ਹੀ ਆਣ ਕੇ ਰਹਿਣ ਲੱਗਾ ਹੈ। ਚਾਉ ਪਏ ਸਭ ਕੇ ਮੈਂ ਪ੍ਰਤਪਾਰਨ ਕੀਨੇ ਮੈਂ ਸਾਰਿਆਂ ਨੂੰ ਪਾਲ ਰਿਹਾ, ਤੇਰੀ ਘਰਵਾਲੀ ਨੂੰ ਵੀ ਤੇਰੇ ਦੋਵਾਂ ਬੱਚਿਆਂ ਨੂੰ ਵੀ। ਨਹੀਂ ਆਏ ਇਨ ਕਬ ਸੁਧ ਲੈਨੇ ਪਰ ਤੂੰ ਕਦੀ ਆਣ ਕੇ ਖਬਰ ਲਈ ਹੈ ਮੇਰੇ ਬੱਚੇ ਕਿਹੜੇ ਹਾਲ ਦੇ ਵਿੱਚ ਹੈ, ਮੇਰੀ ਘਰਵਾਲੀ ਦਾ ਕੀ ਹਾਲ ਹੈ? ਹੋ ਨੋ ਹੋ ਤੋ ਫਕੀਰ ਜੇ ਐਸੇ ਉਹ ਜੇ ਬਈ ਤੂੰ ਫਕੀਰ ਹੀ ਹੋਣਾ ਸੀ ਇਸੇ ਤਰ੍ਹਾਂ। ਨਿਜ ਪਰਿਵਾਰ ਸਹਰਿਓ ਕੈਸੇ ਇਹ ਪਰਿਵਾਰ ਕਾਹਨੂੰ ਸਿਹੇੜ ਲਿਆ, ਕਾਦੇ ਵਾਸਤੇ ਤੂੰ ਵਿਆਹ ਕਰਵਾ ਰਿਆ? ਜੇ ਤੂੰ ਘਰੇ ਨਹੀਂ ਸੀ ਰਹਿਣਾ, ਸਾਧ ਬਣਨਾ ਸੀ, ਫਕੀਰ ਬਣਨਾ ਸੀ ਤੇ ਬਣ ਜਾਨੋ। ਆ ਮੇਰਾ ਘਰ ਕਾਹਨੂੰ ਉਜਾੜਿਆ, ਮੇਰੀ ਧੀ ਵਿਆਹ ਕੇ ਕਾਹਨੂੰ ਖੜਨੀ ਸੀ ਤੂੰ, ਇਹ ਬੱਚੇ ਕਾਹਨੂੰ ਪੈਦਾ ਕਰਨੇ ਸੀ ਜੇ ਸਾਧ ਬਣਨਾ ਸੀ ਤਾਂ। ਸ਼ੇਰੇ ਨਾਨਕ ਸੁਨਤੇ ਸਭ ਰਹੇ ਇਹ ਮਹਾਰਾਜ ਚੁੱਪ ਕਰਕੇ ਬਹੁਤ ਸ਼ਾਂਤ ਹਿਰਦੇ ਦੇ ਨਾਲ ਸਤਿਗੁਰੂ ਜੀ ਆਪਣੇ ਸਹੁਰੇ ਦੇ ਬਚਨਾਂ ਨੂੰ ਸੁਣਦੇ ਰਹੇ। ਕੋ ਵਾਕ ਨਾ ਮੁਖ ਤੇ ਕਹੇ ਕੋਈ ਬਚਨ ਅੱਗੋਂ ਉਤਰ ਨਹੀਂ ਦਿੱਤਾ ਹੈ। ਤਬ ਹੈ ਅਜਿਤੇ ਨੇ ਸਮਝਾਇਓ ਭਾਈ ਅਜਿੱਤਿਆ ਜੀ ਜਿਹੜੇ ਹਨ ਜਿਨ੍ਹਾਂ ਦੇ ਖੂਹ ਦੇ ਉੱਤੇ ਸਤਿਗੁਰਾਂ ਨੇ ਤਾਰਾ ਕੀਤਾ ਹੈ, ਉਹ ਸਤਿਗੁਰਾਂ ਦੇ ਸਹੁਰੇ ਨੂੰ ਸਮਝਾਉਣ ਲੱਗੇ। ਕਹਿਨ ਕਠੋਰ ਨਾ ਤੁਮ ਬਨ ਆਇਓ ਭਾਈ ਚੌਣਿਆ ਇਹ ਜੋ ਤੂੰ ਬਚਨ ਕਰਦਾ ਹੈ ਨਾ, ਇਹ ਤੇਰੇ ਕਹਿਣੇ ਬਣਦੇ ਨਹੀਂ ਹਨ। ਇਸ ਬੇਦ ਕਹਿ ਨਿਜ ਸਾਧਨ ਸਿਧਾਇਓ ਇਸ ਤਰ੍ਹਾਂ ਠੰਡਾ ਕਰਕੇ ਸਤਿਗੁਰਾਂ ਦੇ ਸਹੁਰੇ ਨੂੰ ਭਾਈ ਅਜਿੱਤਾ ਜੀ ਘਰ ਨੂੰ ਲੈ ਗਏ। ਬਹੁ ਉਤਮ ਭੋਜਨ ਬਨਵਾਇਓ ਤੇ ਘਰੇ ਜਾ ਕੇ ਬੜੇ ਸੋਹਣੇ ਲੰਗਰ ਪ੍ਰਸ਼ਾਦ ਤਿਆਰ ਕਰਵਾਇਆ। ਚਾਰ ਛੇਰ ਲੈ ਕਰ ਨਿਜ ਹਾਥਾ ਤੇ ਜੋ ਉਸ ਸਮੇਂ ਦਾ ਪਹਿਰਾਵਾ ਸੀਗਾ, ਉਹ ਸੁੰਦਰ ਕੱਪੜੇ ਤਿਆਰ ਕਰਵਾ ਕੇ ਨਾਲ ਲੰਗਰ ਲੈ ਕੇ ਮਹਾਰਾਜ ਦਾ ਸਹੁਰਾ ਗਮਨਿਓ ਬਾਹਰ ਨਿਗੜ ਜਗਨਾਥਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਭਾਈ ਜਿੱਤੇ ਦੇ ਖੂਹ ਤੇ ਸਜੇ ਹੋਏ ਐ। ਇਹ ਲੰਗਰ ਤੇ ਕੱਪੜੇ ਲੈ ਕੇ ਸਤਿਗੁਰਾਂ ਦਾ ਸਹੁਰਾ ਉੱਥੇ ਪਹੁੰਚ ਗਿਆ। ਰਿਸ ਸੋ ਜਾਰਤ ਜਾਸ ਕੇ ਛਾਤੇ ਗੁੱਸੇ ਦੇ ਵਿੱਚ ਭਰਿਆ ਪੀਤਾ ਹੈ, ਹਿੱਕ ਸੜ ਰਹੀ ਹੈ, ਛਾਤੀ ਜਲ ਰਹੀ ਗੁੱਸੇ ਦੇ ਵਿੱਚ। ਬਿਰਕਤ ਰੇਤ ਹਿਰਦੇ ਨਾ ਸੁਹਾਤੇ ਕਿਉਂਕਿ ਇਹ ਬਿਰਕਤ ਰੀਤ, ਵਿਰਕਤੀ ਦੀ ਰੀਤ, ਉਦਾਸੀ ਦੀ ਮਰਜ਼ਾਦਾ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਧਾਰਨ ਕੀਤੀ ਹੋਈ ਹੈ, ਇਹ ਗੁਰਾਂ ਦੇ ਸਹੁਰੇ ਨੂੰ ਚੰਗੀ ਨਹੀਂ ਲੱਗਦੀ ਹੈ। ਭੋਜਨ ਧਰ ਕੈ ਗਿਰਾ ਅਲਾਏ ਉਹ ਪ੍ਰਸ਼ਾਦਾ ਜੋ ਤਿਆਰ ਕਰਕੇ ਲਿਆਂਦਾ ਸੀ ਸਤਿਗੁਰਾਂ ਦੇ ਅੱਗੇ ਰੱਖ ਕੇ ਕਹਿਣ ਲੱਗਾ, ਖਾਵਹੁ ਤੋਂ ਨਿਤ ਕੋ ਦੁਖ ਦਾਏ ਤੂੰ ਤੇ ਜਿਉਂ ਤੋਂ ਜਨਮਿਆ ਪਹਿਲਾਂ ਆਪਣੇ ਮਾਂ ਪਿਓ ਨੂੰ ਦੁੱਖ ਦਿੰਦਾ ਰਿਹਾ, ਫਿਰ ਸਾਡੇ ਪੱਲੇ ਪੈ ਗਿਓ ਸਾਨੂੰ ਦੁੱਖ ਦੇ ਰਿਹਾ, ਜਨਮ ਤੋਂ ਲੈ ਕੇ ਦੁੱਖ ਦੇ ਰਿਹਾ, ਤੇ ਦੁੱਖ ਤੇ ਤੂੰ ਦੇਈ ਜਾਣਾ, ਪਰ ਆ ਲੰਗਰ ਖਾ ਲੈ, ਪ੍ਰਸ਼ਾਦ ਛਕ ਲੈ।
दोहरा बेख फकीरे तजो अब पहरो बासन जे चार। ਤੇ ਪ੍ਰਸ਼ਾਦਾ ਛਕ ਕੇ ਮੈਂ ਤੇਰੇ ਵਾਸਤੇ ਆ ਸੋਹਣੇ ਕੱਪੜੇ ਸਮਾ ਕੇ ਲਿਆਂਦੇ ਆ, ਇਹ ਫਕੀਰੀ ਬਾਣਾ ਉਤਾਰ ਦੇ ਤੇ ਇਹ ਕੱਪੜੇ ਪਹਿਨ ਲੈ। हमरे सोदर बंधु जे तिन में नह कर ख्वार। ਕਿਉਂਕਿ ਜਿਹੜੇ ਸਾਡੇ ਭਾਈ ਬੰधु ਆ ਸਰੀਕੇ ਵਾਲੇ ਆ, ਉਹਨਾਂ ਦੇ ਵਿੱਚ ਸਾਡੀ ਬੇਪਤੀ ਨਾ ਕਰਵਾ। ਆ ਫਕੀਰੀ ਬਾਣਾ ਲਾ ਕੇ ਆ ਸੰਸਾਰੀ ਬਾਣਾ ਪਹਿਨ ਲੈ। चाव पए पहरे चेर ना भोजन खाहें। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਨਾ ਤਾਂ ਅਸਾਂ ਖਾਣਾ ਤੇਰਾ ਲੰਗਰ ਤੇ ਨਾ ਅਸੀਂ ਤੇਰੇ ਦਿੱਤੇ ਹੋਏ ਕੱਪੜੇ ਹੀ ਪਾਉਣੇ ਆ। श्री प्राभ मुख ते बोलत नाहे। ਤੇ ਉਪਰੰਤ ਸੱਚੇ ਪਾਤਸ਼ਾਹ ਨੇ ਮੌਨ ਧਾਰ ਲਿਆ, ਕੋਈ ਬਚਨ ਹੀ ਨਹੀਂ ਕਰਦੇ ਹਨ। श्री चांद ताब लक्ष्मी दासा। ਉਪਰੰਤ ਬਾਬਾ ਸ਼੍ਰੀ ਚੰਦ ਜੀ ਤੇ ਛੋਟੇ ਬਾਬਾ ਲਖਮੀ ਦਾਸ ਜੀ बंधन कीन आन पेत पासा। ਉਹ ਵੀ ਆ ਗਏ ਘਰ ਦੇ ਵਿੱਚ। ਮਾਤਾ ਨੇ ਦੱਸ ਦਿੱਤਾ ਵੀ ਤੁਹਾਡੇ ਪਿਤਾ ਜੀ ਆਏ ਜਿੱਤੇ ਦੇ ਖੂਹ ਤੇ। ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਆਪਣੇ ਪਿਤਾ ਜੀ ਦੇ ਦਰਸ਼ਨ ਕਰਨ ਆਏ, ਆਣ ਕੇ ਮੱਥਾ ਟੇਕਿਆ। बैठियो पहर बिते त्यो जब है। ਇਸ ਤਰ੍ਹਾਂ ਜਦੋਂ ਬੈਠਿਆਂ ਹੋਇਆਂ ਨੂੰ ਪਹਿਰਕ ਦਾ ਸਮਾਂ ਬਤੀਤ, ਭਾਵ 3 ਘੰਟੇ ਬਤੀਤ ਹੋਏ। पहरियो खायो नह केछ तब है। ਨਾ ਸੱਚੇ ਪਾਤਸ਼ਾਹ ਨੇ ਭੋਜਨ ਵੱਲ ਤੱਕਿਆ ਤੇ ਨਾ ਕੱਪੜਿਆਂ ਵੱਲ, ਨਾ ਲੰਗਰ ਛਕਿਆ ਨਾ ਕੱਪੜੇ ਉਹਨਾਂ ਦੇ ਲਿਆਂਦੇ ਹੋਏ ਪਾਏ। बस ना बसाव है रसो बिसाला। ਕੋਈ ਵਸ ਨਹੀਂ ਚੱਲਦਾ ਭਾਈ ਮੂਲੇ ਦਾ। ਕ੍ਰੋਧ ਦੇ ਵਿੱਚ ਭਰਿਆ ਪੀਤਾ ਹੋਇਆ ਮਹਾਰਾਜ ਦਾ ਸਸਰ ਸਹੁਰਾ। उठ आयो मूला तेह काला। ਤੇ ਇਸ ਤਰ੍ਹਾਂ ਗੁੱਸੇ ਦੇ ਵਿੱਚ ਭਰਿਆ ਪੀਤਾ ਹੋਇਆ, ਕਿਉਂਕਿ ਮੂਲੇ ਦੇ ਮਨ ਦੇ ਵਿੱਚ ਤੇ ਇਹ ਸੀ ਭਈ ਪ੍ਰਸ਼ਾਦਾ ਮੈਂ ਛਕਾ ਦੇਵਾਂ। ਆ ਸਾਧ ਫਕੀਰੀ ਜਿਹੜਾ ਬਾਣਾ ਇਹ ਲਵਾ ਕੇ ਤੇ ਦੂਜੇ ਕੱਪੜੇ ਸੰਸਾਰੀ ਕੱਪੜੇ ਪਵਾ ਕੇ ਤੇ ਮੈਂ ਆਪਣੇ ਜਵਾਈ ਨੂੰ ਘਰੇ ਲੈ ਕੇ ਜਾਵਾਂ। ਲੋਕ ਇਹ ਨਾ ਕਹਿਣ ਵੀ ਮੂਲੇ ਦਾ ਜਵਾਈ ਜਿਹੜਾ ਸਾਧ ਹੋਇਆ ਬਣਿਆ ਤੁਰਿਆ ਫਿਰਦਾ। ਸਾਧ ਸੰਗਤ ਜੀ, ਸਮਾਂ ਬਦਲ ਗਿਆ ਬਹੁਤ ਕੁਛ, ਪਰ ਲੋਕਾਂ ਦੀ ਸੋਚ ਵਿੱਚ ਅਜੇ ਵੀ ਖਾਸ ਕੋਈ ਫਰਕ ਨਹੀਂ ਆਇਆ। ਜੇ ਕੋਈ ਗੁਰੂ ਕਲਗੀਧਰ ਪਿਤਾ ਜੀ ਦਾ ਬਖਸ਼ਿਆ ਬਾਣਾ ਪਾ ਲਵੇ ਨਾ ਤੇ ਲੋਕ ਕਹਿਣਗੇ ਲੈ ਇਹ ਤੇ ਸਾਧ ਹੋ ਗਿਆ। ਉਹ ਦੱਸੋ ਸਾਧ ਬਣਨਾ ਕੋਈ ਸੌਖੀ ਜੀ ਗੱਲ ਹੈ? ਤੇ ਮਹਾਰਾਜ ਦੇ ਕਹਿੰਦੇ ਸਾਧ ਕੀ ਮਹਿਮਾ ਵੇਦ ਨਾ ਜਾਣੇ। ਉਹ ਤੇ 4 ਵੇਦ ਵੀ ਸਾਧੂਆਂ ਦੀ ਮਹਿਮਾ ਨੂੰ ਨਹੀਂ ਜਾਣ ਸਕਦੇ। ਗੁਰੂ ਕਾ ਸਿੱਖ ਅਰਦਾਸ ਕਰਦਾ ਹੈ, ਸੱਚੇ ਪਾਤਸ਼ਾਹ ਮਿਹਰ ਕਰੋ ਤੇਰੇ ਬਾਣੇ ਤੇ ਬਾਣੀ ਦੇ ਧਾਰ ਨਹੀਂ ਹੋਈਏ। ਤੇ ਜੇ ਕੋਈ ਬਾਣਾ ਪਾ ਲੈਂਦਾ ਉਹਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ, ਕਹਿੰਦੇ ਲੈ ਤੈਨੂੰ ਸਾਧ ਕਿਹੜੇ ਨੇ ਕਰਨਾਗਾ, ਤੂੰ ਤੇ ਸਾਧ ਬਣ ਗਏ ਹੋ। ਉਹ ਗ੍ਰਸਤੀ ਸਾਧ ਹੀ ਸਾਧ ਸੰਗਤ ਜੀ। ਗੁਰੂ ਨਾਨਕ ਸਾਹਿਬ ਸਾਰਿਆਂ ਤੋਂ ਵੱਡੇ ਸਾਧ ਤੇ ਸਾਰਿਆਂ ਤੋਂ ਵੱਡੇ ਗ੍ਰਸਤੀ। ਗ੍ਰਸਤਨ ਮੈਂ ਤੋਂ ਬੜੋ ਗ੍ਰਸਤੀ, ਵੱਡੇ ਗ੍ਰਸਤੀ। ਜੋਗਨ ਮੈਂ ਜੋਗੀ, ਜੋਗੀਆਂ ਵਿੱਚੋਂ ਵੱਡੇ ਜੋਗੀ। ਸੋ ਇਸ ਵਾਸਤੇ ਭੇਖ ਕੋਈ ਵੀ ਹੈ ਗੁਰੂ ਕੇ ਸਿੱਖ ਜਿਹੜੀ ਹੈ ਇੱਕ ਫਲਵਾੜੀ ਹੈ ਸੰਗਤ ਜੀ। ਜਿਵੇਂ ਹਿੰਦੁਸਤਾਨ ਦੀ ਫੌਜ ਜਾਂ ਕਿਸੇ ਵੀ ਦੇਸ਼ ਦੀ ਫੌਜ ਹੁੰਦੀ ਹੈ ਤੇ ਉਹਦੇ ਇੱਕੋ ਹੀ ਮਹਿਕਮਾ ਨਹੀਂ ਹੁੰਦਾ, ਉਹਦੇ ਅਨੇਕਾਂ ਮਹਿਕਮੇ ਹੁੰਦੇ ਹੈ। ਕੋਈ ਫਰੰਟ ਤੇ ਲੜਨ ਵਾਲੇ ਹੁੰਦੇ ਹੈ, ਇਸੇ ਤਰ੍ਹਾਂ ਕੋਈ ਪੁਲ ਬਣਾਉਣ ਵਾਲੇ, ਕੋਈ ਸੜਕਾਂ ਬਣਾਉਣ ਵਾਲੇ, ਕੋਈ ਫਟੜਾਂ ਦਾ ਬਿਮਾਰਾਂ ਦਾ ਇਲਾਜ ਕਰਨ ਵਾਲੇ, ਕੋਈ ਲੰਗਰ ਪਕਾਉਣ ਵਾਲੇ। ਇਸੇ ਤਰ੍ਹਾਂ ਹੀ ਇਹ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਫੌਜ ਆ। ਕੋਈ ਫਰੰਟ ਤੇ ਲੜਨ ਵਾਲੇ ਨਿਹੰਗ ਸਿੰਘ ਲਾਡਲੀਆਂ ਫੌਜਾਂ ਮਹਾਰਾਜ ਦੀਆਂ, ਕੋਈ ਇਸੇ ਤਰ੍ਹਾਂ ਲੰਗਰਾਂ ਦੀ ਸੇਵਾ ਕਰਨ ਵਾਲੇ, ਕੋਈ ਸਾਧੂ ਮਹਾਂਪੁਰਖ ਕਾਰ ਸੇਵਾ ਦੀਆਂ ਸੇਵਾਵਾਂ ਕਰਨ ਵਾਲੇ, ਜਿਵੇਂ ਸੜਕਾਂ ਤੇ ਪੁਲ ਬਣਾਉਣ ਵਾਲੇ ਫੌਜ। ਇਹ ਸਾਰੀ ਹੈ ਕਲਗੀਧਰ ਪਾਤਸ਼ਾਹ ਦੀ ਫੁਲਵਾੜੀ ਹੈ। ਇਹ ਨਹੀਂ ਵਿਚਾਰ ਕਰਨੀ ਚਾਹੀਦੀ ਕਿ ਇਹ ਦੂਏ ਮੱਤ ਦਾ ਤੀਏ ਮੱਤ ਦਾ। ਸ਼ਰਤ ਇੱਕ ਹੈ, ਗੁਰੂ ਕੇ ਬਚਨ ਦੇ ਉੱਤੇ ਪਹਿਰਾ ਦੇਣ ਵਾਲਾ ਸਿੱਖ ਹੋਣਾ ਚਾਹੀਦਾ। ਗੁਰੂ ਕਾ ਬਚਨ ਹੈ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਾ ਹੋਣਾ ਚਾਹੀਦਾ। ਬਾਣੇ ਦਾ ਤਾਂ ਜੋ ਸੰਪਰਦਾਈ ਬਾਣਾ ਹੈ, ਬਾਣੇ ਤੋਂ ਕੋਈ ਪਛਾਣ ਹੁੰਦੀ ਹੈ ਸੰਪਰਦਾ ਵੀ ਇਹ ਕਿਹੜੇ ਸੰਪਰਦਾ ਦਾ ਗੁਰਸਿੱਖ ਹੈ। ਵਰਨਾ ਸਾਧ ਸੰਗਤ ਜੀ ਭੇਖ ਦੇ ਵਿੱਚ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਯੂਨੀਫਾਰਮ ਵਰਦੀ ਸਾਨੂੰ ਦਿੱਤੀ। ਨਿਰੀ ਵਰਦੀ ਪਾਉਣ ਦੇ ਨਾਲ ਹੀ ਸਭ ਕੁਝ ਨਹੀਂ ਹੋ ਜਾਂਦਾ। ਵਰਦੀ ਦੇ ਅੰਦਰ ਜੋ ਨਿਯਮ ਨੇ ਸਿੱਖੀ ਦੇ ਉਹ ਵੀ ਹੋਣੇ ਚਾਹੀਦੇ ਆ। ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਸਹੁਰਾ ਚਾਹੁੰਦਾ ਹੈ ਵੀ ਇਹ ਸੰਸਾਰੀ ਬਣ ਕੇ ਮੇਰੇ ਨਾਲ ਜਾਵੇ ਤੇ ਪਿੰਡ ਵਿੱਚ ਲੋਕਾਂ ਦੇ ਵਿੱਚ ਮੇਰੀ ਵਾਹ-ਵਾਹ ਬਣੇ ਵੀ ਦਾ ਜਵਾਈ ਆਇਆ ਹੈ। ਜੇ ਇਹ ਫਕੀਰ ਬਣ ਕੇ ਗਿਆ ਤੇ ਮੇਰੀ ਤੇ ਨੱਕ ਕੱਟੀ ਪਹਿਲਾਂ ਹੀ ਕੱਟੀ ਪਈ ਹੈ। ਜਿਹਦੀ ਧੀ ਘਰੇ ਹੋਵੇ ਨਾਲ ਉਹਦੇ ਬੱਚੇ ਵੀ ਆਪਦੇ ਲੈ ਕੇ ਆਪਣੇ ਮਾਪਿਆਂ ਦੇ ਘਰੇ ਰਹੇ, ਲੋਕ ਤਾਨੇ ਦੇਣ ਵਾਲੇ ਨਹੀਂ ਉਹਨੂੰ ਜਿਉਣ ਦਿੰਦੇ। ਤੇ ਸੋ ਇਸ ਵਾਸਤੇ ਕਹਿਣ ਲੱਗਾ ਮੈਂ ਤੇ ਬੜਾ ਦੁਖੀ ਹਾਂ। ਦੁਖੀ ਹੋਇਆ ਆਪਣੇ ਘਰ ਨੂੰ ਚਲਾ ਗਿਆ ਮਹਾਰਾਜ ਦਾ ਸਹੁਰਾ। ਸ਼੍ਰੀ ਪ੍ਰਭ ਰਹੇ ਬਿਰਾਜਤ ਤਾਹੇ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ
ਉਸੇ ਖੂਹ ਤੇ ਬੈਠੇ ਹੋਏ ਐ। जिनके देखत दुख न साहे ਐਸੇ ਗਰੀਬ ਨਵਾਜ ਹਨ ਜਿਨ੍ਹਾਂ ਦਾ ਨਾਮ ਲੈਣ ਦੇ ਨਾਲ, ਜਿਨ੍ਹਾਂ ਦਾ ਯਾਦ ਕਰਨ ਦੇ ਨਾਲ, ਜਿਨ੍ਹਾਂ ਦੇ ਅੰਤਰੀ ਹਿਰਦੇ ਸਰੂਪ ਨੇਤਰਾਂ ਦੇ ਨਾਲ ਦਰਸ਼ਨ ਕਰਨ ਦੇ ਨਾਲ ਹੀ ਸਾਰੇ ਦੁੱਖ ਦੂਰ ਹੋ ਜਾਂਦੇ ਹਨ। जे महिमा जान है गोर केरे ਜਿਹੜੇ ਗੁਰੂ ਦੀ ਮਹਿਮਾ ਨੂੰ ਜਾਣਦੇ ਐ से आवह तह दर्शन हेरे ਉਹ ਆਣ ਕੇ ਨਗਰ ਵਿੱਚੋਂ, ਇਲਾਕੇ ਵਿੱਚੋਂ ਮਹਾਰਾਜ ਦੇ ਦਰਸ਼ਨ ਕਰਨ ਲੱਗੇ ਭਾਈ ਜਿੱਤੇ ਦੇ ਖੂਹ ਤੇ। बंधन कर है जन्म फल पावह ਆਣ ਕੇ ਨਮਸਕਾਰ ਕਰਦੇ ਆ ਸੱਚੇ ਪਾਤਸ਼ਾਹ ਮਹਾਰਾਜ ਨੂੰ। ਤੇ ਇਹ ਜਨਮ ਸੁਹੇਲਾ ਕਰੀ ਜਾ ਰਹੇ ਨੇ ਆਪਣਾ। ਇਹ ਜਨਮ ਦਾ ਫਲ ਕੀ ਹੈ ਮਨੁੱਖੇ ਦਾ, ਇਹਨੂੰ ਸਫਲਾ ਕਰਨਾ ਹੈ ਸਾਧ ਸੰਗਤ ਜੀ। ਬਹੁ ਰਾਮ ਕਾਹੇ ਆਵੇਂਗੇ, ਇਹ ਨਿਸ਼ਚਾ ਧਾਰ ਕੇ ਜਿਹੜੇ ਗੁਰਮੁਖ ਜਨ ਇਸ ਬਿਰਤੀ ਵਾਲੇ ਹਨ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਖੁਦਾ ਹਨ, ਅੱਲਾਹ ਤਾਲਾ ਹਨ, ਰਾਮ ਰਹੀਮ ਹਨ, ਉਹ ਆਣ ਕੇ ਨਮਸਕਾਰਾਂ ਕਰਦੇ ਤੇ ਮਨੁੱਖੇ ਜਨਮ ਨੂੰ ਸਫਲਾ ਕਰ ਰਹੇ ਹਨ। रह निकाट पुन सदन सिधावह ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਬੈਠਦੇ, ਬਚਨ ਵਿਲਾਸ ਕਰਦੇ, ਸੁਣਦੇ, ਆਨੰਦ ਮਾਣ ਕੇ ਆਪਣੇ ਘਰਾਂ ਨੂੰ ਜਾਂਦੇ ਹਨ। को आवै को करे प्याना ਇਸ ਤਰ੍ਹਾਂ ਕੋਈ ਆਉਂਦਾ ਹੈ, ਕੋਈ ਦਰਸ਼ਨ ਕਰਕੇ ਵਾਪਸ ਪਰਤਿਆ ਜਾਂਦਾ ਹੈ। पीर पूर होए ते थाना ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਦੇ ਪਾਸ ਬਹੁਤ ਸੰਗਤਾਂ ਦੀ ਭੀੜ ਲੱਗੀ ਹੋਈ ਹੈ। ले उपदेश सिख को होवा है ਇਹੋ ਜਿਹੇ ਕਰਮਾਂ ਵਾਲੇ ਜਿਹੜੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਸਤਿਗੁਰਾਂ ਦੀ ਚਰਨ ਪਹੁਲ ਲੈ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰ ਘਰ ਦੇ ਸੇਵਕ ਬਣ ਜਾਂਦੇ ਹਨ। सिमरह नाम सकल आग खोवा है ਅਤੇ ਨਾਮ ਜਪਦੇ ਆ, ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਤਾਂ ਕਹਿੰਦੇ ਨਹੀਂ ਸਾਡਾ ਨਾਮ ਲਓ, ਉਹ ਤੇ ਵਾਹਿਗੁਰੂ ਦੇ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਦੇ ਹਨ। ਸਾਧ ਸੰਗਤ ਜੀ, ਵਾਹਿਗੁਰੂ ਮੰਤਰ ਐਵੇਂ ਪ੍ਰਾਪਤ ਨਹੀਂ ਹੋ ਗਿਆ। 36 ਯੁੱਗ ਤਪ ਕਰਨਾ ਪਿਆ ਸੀ, ਇੱਕ ਅੱਖਰ ਮਿਲਿਆ ਸੀ। ਇਸੇ ਤਰ੍ਹਾਂ ਫਿਰ 36 ਯੁੱਗ, 4 ਵਾਰ 36 ਯੁੱਗਾਂ ਦੀ ਤਪੱਸਿਆ ਤੋਂ ਬਾਅਦ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵਾਹਿਗੁਰੂ ਮੰਤਰ ਲਿਆ ਕੇ ਗੁਰਸਿੱਖਾਂ ਦੀ ਝੋਲੀ ਵਿੱਚ ਪਾਇਆ ਹੈ। ਸੋ ਵਾਹਿਗੁਰੂ ਮੰਤਰ ਦੀਆਂ ਦਾਤਾਂ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਦੇ ਹਨ ਗੁਰਸਿੱਖਾਂ ਨੂੰ। एक ते दूसर महिमा सुन काय ਇਸ ਤਰ੍ਹਾਂ ਇੱਕ ਮਹਿਮਾ ਸੁਣਦਾ ਸਤਿਗੁਰਾਂ ਦੀ, ਦੂਆ आए पर है चरनान गोर गुण काय ਤੇ ਪਹਿਲੇ ਤਾਂ ਦੂਆ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਣ ਕੇ ਹਾਜ਼ਰ ਹੁੰਦਾ, ਦਰਸ਼ਨ ਕਰਦਾ ਹੈ, ਭਾਗਾਂ ਵਾਲਾ ਬਣਦਾ ਹੈ। कितक कामना तहर कार सेवा है ਇਸ ਤਰ੍ਹਾਂ ਕਈਆਂ ਦੇ ਮਨ ਵਿੱਚ ਹੁੰਦਾ ਹੈ ਮਹਾਰਾਜ ਜੀ ਨੂੰ ਸੇਵਾਂਗੇ, ਯਾਦ ਕਰਾਂਗੇ, ਸਾਡਾ ਆਹ ਮਨੋਰਥ ਪੂਰਾ ਹੋ ਜਾਵੇ। ਅੱਜ ਵੀ ਹੈ ਸਾਧ ਸੰਗਤ ਜੀ, ਸੰਸਾਰ ਦੇ ਵਿੱਚ ਲੋੜਾਂ ਵੀ ਚਾਹੀਦੀਆਂ। ਜਿਹੜੇ ਗ੍ਰਸਤੀ ਹਨ ਉਹਨਾਂ ਨੂੰ ਤੇ ਹਰ ਵਸਤੂ ਦੀ ਲੋੜ ਹੈ। ਇਸੀ ਵਾਸਤੇ ਇੱਕ ਸਾਧੂ ਨੇ ਪੰਜਵੇਂ ਪਾਤਸ਼ਾਹ ਦੇ ਉੱਤੇ ਕਟਾਕਸ਼ ਕੀਤਾ ਸੀ ਵੀ ਇਹ ਕਾਹਦੇ ਗੁਰੂ ਹਨ, ਪੋਤੇ ਇਹਨਾਂ ਦਾ ਕੋਲ ਖੇਡਦਾ ਫਿਰਦਾ, ਜੇ ਔਰਤ ਹੋਊਗੀ ਤੇ ਪੋਤਿਆਂ ਨਾ ਤੇ ਨਾਲ ਆ ਮਾਇਆ ਚੜਾਵਾ ਚੜੀ ਜਾਂਦੀ ਹੈ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੇ ਦੇਖਿਆ, ਸਾਧ ਦੇ ਮਨ ਵਿੱਚ ਸਹਿੰਸਾ, ਕਹਿਣ ਲੱਗੇ ਸਾਂਝੀ ਅੱਗੇ ਆਓ। ਆ ਗਏ। ਸੱਚੇ ਪਾਤਸ਼ਾਹ ਕਹਿਣ ਲੱਗੇ ਸੰਤ ਜੀ, ਪੁੱਤਰ ਨਿਸ਼ਾਨ ਹੁੰਦਾ ਹੈ, ਔਰਤ ਇਮਾਨ ਹੁੰਦੀ ਹੈ, ਮਾਇਆ ਗੁਜਰਾਨ ਹੁੰਦੀ ਹੈ, ਮਾਇਆ ਤੋਂ ਬਿਨਾਂ ਕੋਈ ਕੰਮ ਨਹੀਂ ਚੱਲਦਾ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿੱਥੇ ਸਾਧ ਸੰਗਤ ਜੀ ਅੰਮ੍ਰਿਤ ਬਾਣੀ ਦੀ ਰਚਨਾ ਕੀਤੀ ਹੈ, 10ਵੇਂ ਪਾਤਸ਼ਾਹ ਨੇ ਸਰਵਲੋਕ ਪ੍ਰਕਾਸ਼ ਗ੍ਰੰਥ ਸਾਹਿਬ ਜੀ ਦੀ, ਉੱਥੇ ਮੰਗਲ ਹੀ ਮਾਇਆ ਦਾ ਪਹਿਲਾਂ ਕੀਤਾ ਤੇ ਪਹਿਲੀ ਬਾਣੀ ਹੀ ਮਾਇਆ ਦੇ ਆਧਾਰਿਤ ਸਾਰੀ ਰਚੀ। ਮਹਾਰਾਜ ਕਹਿੰਦੇ ਆਦਿ ਭਵਾਨੀ ਈਸ਼ਰੀ ਮਾਇਆ ਜੰ ਕੋ ਨਾਮ ਇਨ ਬਿਨ ਸਰੇ ਨਾ ਏਕ ਛਿਨ ਪੂਰਨ ਹੋਤ ਨਾ ਕਾਮ। ਸ੍ਰੀ ਮਾਇਆ ਮੋਹ ਕਰੋ ਉਚਾਰ ਦਲਿੱਦਰ ਸਾਗਰ ਤੇ ਲਿਹੋ ਉਬਾਰ। ਜੇ ਮਾਇਆ ਹੋਵੇ ਨਾ ਮਨੁੱਖ ਦੇ ਪਾਸ ਤੇ ਬੁੱਧੀ ਤੀਖਣ ਰਹਿੰਦੀ ਹੈ, ਤੇ ਜੇ ਮਾਇਆ ਨਾ ਹੋਵੇ ਤੇ ਭਰਮ ਲੱਗਾ ਰਹਿੰਦਾ ਵੀ ਰੋਟੀ ਕਿੱਥੋਂ ਖਾਊਂਗਾ, ਬੱਚੇ ਕਿੱਥੋਂ ਪਾਲੂੰਗਾ, ਜੀਵਨ ਕਿਵੇਂ ਬਤੀਤ ਕਰੂੰਗਾ। ਗੁਰਮੁਖ ਮਾਇਆ ਸਫਲੀ ਕਰਦੇ, ਮਨਮੁਖ ਜਿਹੜੇ ਆ ਮਾਇਆ ਦੇ ਚੋਚਲੇ ਕਰਕੇ ਪਾਪ ਸਿਰ ਚੜਾਉਂਦੇ ਆ, ਤੇ ਗੁਰਮੁਖ ਜਿਹੜੇ ਨੇ ਉਹ ਮਾਇਆ ਤੋਂ ਸੇਵਾ ਲੈਂਦੇ ਆ। ਸੋ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਗੁਰਸਿੱਖ ਆਉਂਦੇ, ਕੋਈ ਕਾਮਨਾ ਸਹਿਤ ਆਉਂਦਾ, ਸਾਡਾ ਪੁੱਤਰ ਵਿਆਹ ਜਾਵੇ, ਸਾਡੇ ਪੋਤਰਾ ਨਹੀਂ ਹੈ, ਸਾਡੇ ਘਰ ਵਿੱਚ ਮਾਇਆ ਦੀ ਤੰਗੀ, ਕਿ ਇਹੀ ਜੀ ਭਾਵਨਾ ਰੱਖ ਕੇ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪਾਸ ਆਉਂਦੇ ਹਨ। ਜੋ ਇੱਛਾ ਬਿਨ ਸੰਸਾਰ ਲੇਵਹਿ। ਤੇ ਜਿਹੜਾ ਵੀ ਕੋਈ ਇੱਛਾ ਰੱਖਦਾ ਮਨ ਵਿੱਚ, ਤੇ ਸਤਿਗੁਰੂ ਜੀ ਤੇ ਸਾਰਾ ਕੁਛ ਹੀ ਦੇਣ ਹਾਰੇ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਕਥਨ ਕਰਦੇ, ਪ੍ਰਾਣ ਕੇ ਬਚਈਆ दूध पूत के दिवैया रोग सो के मटैया के दो मानी महामान हो। है कोई कसर
ਅਸਾਧ ਰੋਗੀਆਂ ਦੇ ਰੋਗ ਖੰਡਣ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਪ੍ਰਾਣਾਂ ਦੀਆਂ ਦਾਤਾਂ ਦੇਣ ਵਾਲੇ ਗੁਰੂ ਨਾਨਕ ਪਾਤਸ਼ਾਹ, ਮੁਰਦਿਆਂ ਵਿੱਚ ਸਵਾਸ ਚਲਾਉਣ ਵਾਲੇ ਗੁਰੂ ਨਾਨਕ ਪਾਤਸ਼ਾਹ ਦਸਾਂ ਹੀ ਸਰੂਪਾਂ ਦੇ ਵਿੱਚ। ਇਸੇ ਪ੍ਰਕਾਰ ਨਿਰਧਨ ਕੋ ਧਨ, ਅੰਧਲੇ ਕੋ ਟਿਕ, ਅੰਧਿਆਂ ਦਾ ਆਸਰਾ ਤੇ ਅਨਾਥਾਂ ਤੇ ਗਰੀਬਾਂ ਨੂੰ ਮਾਇਆ ਦੇ ਖੁੱਲ੍ਹੇ ਗੱਫੇ ਬਾਦਸ਼ਾਹੀਆਂ ਬਖਸ਼ਿਸ਼ ਕਰਨ ਵਾਲੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਜਿਹੋ ਜੀ ਕੋਈ ਭਾਵਨਾ ਰੱਖਦਾ ਉਹਦੀ ਉਹੀ ਭਾਵਨਾ ਪੂਰੀ ਕਰਦੇ ਹਨ। ਨਿਰਮਲ ਮਨ ਕਰਨੇ ਕੇ ਹੇਤਾ, ਸੋ ਕਈ ਇਹ ਜੇ ਜਿਨ੍ਹਾਂ ਦਾ ਮਨ ਜਿਹੜਾ ਸ਼ੁੱਧ ਕਰਨ ਵਾਸਤੇ ਰਹਿ ਹੈ ਕੇਤੇ ਟੇਕ ਪ੍ਰੀਤ ਸਮੇਤਾ, ਬੜੇ ਪਿਆਰ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪਾਸ ਰਹਿੰਦੇ ਨੇ ਵੀ ਸਾਡਾ ਮਨ ਜਿਹੜਾ ਟਿਕਦਾ ਨਹੀਂ ਹੈ। ਗੁਰਾਂ ਦੇ ਪਾਸ ਰਹਾਂਗੇ, ਬਚਨ ਸੁਣਾਂਗੇ, ਸੇਵਾ ਕਰਾਂਗੇ, ਮਨ ਨਿਰਮਲ ਹੋ ਜਾਵੇਗਾ। ਇਹ ਧਾਰਨਾ ਕਰਕੇ ਸਾਹਿਬ ਜੀ ਦੇ ਦਰਸ਼ਨ ਕਰਦੇ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਹਨ ਭਾਈ ਜਿੱਤੇ ਦੇ ਖੂਹ ਤੇ। ਸਤ ਸੰਗਤ ਹੋਵਨ ਬਹੁ ਲਾਗੇ, ਇਸ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਵਿੱਚ ਬਹੁਤ ਸੰਗਤਾਂ ਦਾ ਇਕੱਠ ਹੋਣ ਲੱਗਾ। ਕਰਹਿ ਕੀਰਤਨ ਸ਼ਰਧਾ ਜਾਗੇ, ਤੇ ਕੀਰਤਨ ਕਰਦੇ ਨੇ ਭਾਈ ਮਰਦਾਨਾ ਜੀ, ਤੇ ਸਰਦਾ ਗੁਰੂ ਕੇ ਸਿੱਖਾਣ ਕੇ ਕੀਰਤਨ ਸੁਣਦੇ ਆ, ਮਹਾਰਾਜ ਦੇ ਅੰਮ੍ਰਿਤ ਬਚਨ ਸੁਣਦੇ ਆ। ਮਨ ਦੇ ਵਿੱਚ ਸਰਦਾ ਦੀਆਂ ਗੰਢਾਂ ਘੁੱਟ-ਘੁੱਟ ਕੇ ਵੱਜਦੀਆਂ ਜਾਂਦੀਆਂ। ਸਾਧ ਸੰਗਤ ਜੀ ਬੇੜੇ ਪਾਰ ਤੇ ਸਰਦਾ ਨਾਲ ਹੋਣੇ। ਆ ਕਈ ਵਾਰ ਦੇਖੀਦਾ ਆਰਤੀ ਨਹੀਂ ਕਰਨੀ ਚਾਹੀਦੀ, ਫੁੱਲ ਨਹੀਂ ਚੜਾਉਣੇ ਚਾਹੀਦੇ, ਧੂਪ ਨਹੀਂ ਦਿਖਾਉਣਾ ਚਾਹੀਦਾ। ਮੈਂ ਕਹਿੰਦਾ ਫਿਰ ਚੌਰ ਵੀ ਨਹੀਂ ਚਲਾਉਣਾ ਚਾਹੀਦਾ ਤੇ ਰੁਮਾਲੇ ਵੀ ਨਹੀਂ ਦੇਣੇ ਚਾਹੀਦੇ। ਮਹਾਰਾਜ ਨੂੰ ਨੰਗਾ ਹੀ ਰੱਖਣਾ ਚਾਹੀਦਾ। ਗੁਰੂ ਤੇ ਹੈ ਹੀ ਨਹੀਂ ਸਾਡਾ। ਜੇ ਗੁਰੂ ਦਾ ਅਦਬ ਨਾ ਕੀਤਾ, ਸਰਦਾ ਸਤਿਕਾਰ ਨਾ ਰੱਖੀ, ਤੇ ਗੁਰੂ ਵੀ ਸਾਡਾ ਕਾਹਦਾ ਹੈਗਾ। ਤੇ ਉਹ ਜਿਹੜੇ ਕਹਿੰਦੇ ਆਰਤੀ ਨਹੀਂ ਕਰਨੀ ਚਾਹੀਦੀ, ਧੂਪ ਨਹੀਂ ਦਿਖਾਉਣਾ ਚਾਹੀਦਾ, ਨਾਰੀਅਲ ਨਹੀਂ ਭੇਟਾ ਕਰਨਾ ਚਾਹੀਦਾ, ਉਹ ਆਰਤੀ ਦਾ ਹਵਾਲਾ ਦਿੰਦੇ ਗਗਨਮੈ ਥਾਲ ਰਬ ਚੰਦ ਦੀਪਕ ਬਨੇ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਦੀ ਉਸੇ ਹੀ ਸਾਧ ਸੰਗਤ ਜੀ ਉਸੇ ਹੀ ਸ਼ਬਦ ਦੀ ਅਗਲੀ ਪੰਕਤੀ, ਇਹ ਵੀ ਨਹੀਂ ਵੀ ਦੂਜੇ ਕਿਸੇ ਪਾਸਿਓਂ, ਉਸੇ ਹੀ ਸ਼ਬਦ ਵਿੱਚ ਅਗਲੀ ਪੰਕਤੀ ਵਿੱਚ ਉਚਾਰਨ ਕੀਤਾ ਕਿ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਉਹ ਚੌਰ ਕਰ ਰਹੀ ਹੈ ਪਾਉਣ, ਤੇ ਫਿਰ ਚੌਰ ਵੀ ਕਾਨੂੰ ਚਲਾਉਣਾ ਇਹ ਵੀ ਰੱਖ ਦੇਣਾ ਚਾਹੀਦਾ। ਜੇ ਬਾਕੀ ਸਾਰਾ ਕੁਝ ਮਨਮਤ ਹੈ ਤੇ ਚੌਰ ਚਲਾਉਣਾ ਵੀ ਉਹਨਾਂ ਦੇ ਮੁਤਾਬਕ ਮਨਮਤ ਹੋਣਾ ਚਾਹੀਦਾ। ਮੈਂ ਨਹੀਂ ਕਹਿੰਦਾ ਗੁਰ ਪੂਜਾ ਵਿਦ ਸਹਿਤ ਕਰਨ, ਗੁਰੂ ਦੀ ਪੂਜਾ ਤੇ ਜਿੰਨੀ ਵੀ ਹੋਵੇ, ਧੂਪ ਦੀਪ ਘ੍ਰਿਤ ਸਾਜ ਆਰਤੀ ਵਾਰ ਨੇ ਜਾਓ। ਔਰ ਮੇਰੇ ਮਾਲਕ ਜੀ ਸੱਚੇ ਪਾਤਸ਼ਾਹ ਅਸੀਂ ਵਾਰ ਨੇ ਜਾਈਏ। ਸਾਡਾ ਸਰੀਰ ਵੀ ਕਿੱਥੇ ਕੰਮ ਆ ਜਾਵੇ ਤੇ ਉਹ ਵੀ ਥੋੜਾ ਹੈ ਗੁਰੂ ਦੇ ਅਦਬ ਵਾਸਤੇ, ਸਤਿਕਾਰ ਵਾਸਤੇ। ਜਿਨ੍ਹਾਂ ਨੇ ਗੁਰੂਦੁਆਰਿਆਂ ਵਾਸਤੇ ਸੇਵਾ ਸੰਭਾਲ ਵਾਸਤੇ ਆਪਣੀਆਂ ਕੁਰਬਾਨੀਆਂ ਕੀਤੀਆਂ, ਉਹਨਾਂ ਦਾ ਅਰਦਾਸ ਦੇ ਵਿੱਚ ਨਾਮ ਲਿਆ ਜਾਂਦਾ। ਸਿੱਖ ਸਰਦਾ ਦਾ ਹੈ, ਜੇ ਸਰਦਾ ਹੀ ਨਹੀਂ ਤੇ ਸਿੱਖ ਕਾਹਦਾ? ਫਿਰ ਤੇ ਭੇਖੀ ਮੂਰਖ ਸਿੱਖ ਹੈ, ਜੋ ਉਹਦੇ ਹਿਰਦੇ ਵਿੱਚ ਸਰਦਾ ਨਹੀਂ ਹੈ। ਸੋ ਇਸ ਵਾਸਤੇ ਸਤਿਗੁਰਾਂ ਦੇ ਪਾਸ ਸਰਦਾਵਾਨ ਸਿੱਖ ਆਉਂਦੇ, ਸਰਦਾ ਧਾਰਨ ਕਰਦੇ ਹਨ। ਦਰਸ਼ਨ ਕੇਰ ਪ੍ਰਤਾਪ ਵਿਸਾਲਾ, ਇਹ ਸਭ ਦਰਸ਼ਨਾਂ ਦਾ ਪ੍ਰਤਾਪ ਹੈ। ਸਤਿਗੁਰਾਂ ਦਾ ਦਰਸ਼ਨ ਕਰਦੇ ਮਨ ਸਰਦਾ ਵਿੱਚ ਹੋ ਜਾਂਦਾ ਹੈ। ਕਿਉਂ ਨਾ ਚਲਹਿ ਨੇਕੇ ਨਾਰ ਚਾਲਾ, ਉਹ ਜਿਹੜੇ ਮਨੁੱਖ ਹਨ ਸਾਹਿਬਾਂ ਦੇ ਦਰਸ਼ਨ ਕਰਨ ਦੇ ਨਾਲ ਮਨ ਵਿੱਚ ਸਰਦਾ ਕਿਉਂ ਨਾ ਵਧੇ ਤੇ ਸ਼ੁਭ ਰਸਤੇ ਤੇ ਕਿਉਂ ਨਾ ਉਹ ਚੱਲਣ। ਗੁਰਾਂ ਦੇ ਦਰਸ਼ਨਾਂ ਦਾ ਲਾਭ ਹੀ ਕੀ ਹੈ? ਗੁਰੂ ਦੇ ਚਰਨਾਂ ਵਿੱਚ ਆਉਣ ਦਾ ਲਾਭ ਹੀ ਕੀ ਹੈ ਜੇ ਮਨ ਹੀ ਸਿੱਧਾ ਨਾ ਹੋਇਆ? ਸਭ ਸਾਧ ਸੰਗਤ ਜੀ ਬਾਹਰ ਐ ਬਲ ਪਾ ਕੇ ਭਾਈਦਾ, ਬਲ ਪਾ ਕੇ। ਪਰ ਜਿੰਨਾ ਕਿਸੇ ਗੁਰਮੁਖਾਂ ਨੇ ਵੇਖਿਆ ਸੱਪ ਨੂੰ ਆਪਣੀ ਖੁੱਡ ਵਿੱਚ ਵੜਦਾ, ਜਦ ਉਹ ਖੁੱਡ ਵਿੱਚ ਜਾਂਦਾ ਸਿੱਧਾ ਹੋ ਕੇ ਵੜਦਾ, ਉਹ ਬਲ ਪਾ ਕੇ ਨਹੀਂ ਖੁੱਡ ਵਿੱਚ ਵੜ ਸਕਦਾ। ਇਹ ਗੁਰੂ ਸਾਡਾ ਜਿਹੜਾ ਹੈ ਨਾ, ਇਹ ਸਾਡੀ ਖੁੱਡ ਹੈ, ਸਾਡਾ ਘਰ ਹੈ। ਬਾਹਰ ਅਸੀਂ ਜੋ ਮਰਜ਼ੀ ਕਰ ਲਈਏ, ਪਰ ਉਹਦੇ ਵੀ ਸਾਨੂੰ ਮਰਜ਼ੀ ਤੇ ਵੀ ਕੋਈ ਨਾ ਕੋਈ ਕਿੱਥੇ ਨਾ ਕਿੱਥੇ ਜਾ ਕੇ ਉੱਥੇ ਵਿਰਾਮ ਸਾਡਾ ਲੱਗਦਾ ਹੈਗਾ ਵੀ ਇਹ ਮਰਜ਼ੀ ਨਾਲ ਤੂੰ ਆਹ ਕੰਮ ਨਹੀਂ ਕਰ ਸਕਦਾ। ਪਰ ਜਦੋਂ ਅਸੀਂ ਆਉਣਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਸੱਪ ਵਾਂਗੂ ਸਿੱਧੇ ਹੋ ਕੇ ਆਉਣਾ, ਫਿਰ ਵਲ ਛਲ ਲੈ ਕੇ ਨਹੀਂ ਕਦੀ ਆਉਣਾ ਮਨ ਵਿੱਚ। ਤੇ ਜਦ ਇੱਕ ਵਾਰੀ ਮਨ ਦੇ ਵੱਟ ਲੱਥ ਕੇ ਸਿੱਧਾ ਹੋ ਗਿਆ, ਫਿਰ ਮਨ ਨੂੰ ਵੱਟ ਪੈਂਦੇ ਹੀ ਨਹੀਂ। ਗੁਰੂ ਕੇ ਸਿੱਖ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ ਹਨ, ਸਰਦਾ ਭਾਵਨਾ ਵੱਧਦੀ ਹੈ। ਦੋਹਰਾ ਹੋ ਤੋ ਨਗਰ ਕੋ ਚੌਧਰੇ, ਨਾਮ ਅਜਿਤਾ ਜਾਹੇ। ਇਹ ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਖੂਹ ਤੇ ਆਏ ਹੈ ਨਾ, ਇਹ ਸਾਧ ਸੰਗਤ ਜੀ ਸਾਰੇ ਨਗਰ ਦਾ, ਬਟਾਲੇ ਸ਼ਹਿਰ ਦਾ ਚੌਧਰੀ ਮਾਲਕ ਹੈ। ਮਹਿਮਾ ਪ੍ਰਭ ਅਬ ਲੋਕ ਕੈ, ਸਮਝਿਓ ਨਿਜ ਮਨ ਮਾਹੇ। ਉਹਨੇ ਨਾ ਦੇਖਿਆ ਗੁਰੂ ਸਾਹਿਬ ਜੀ ਦੇ ਪਾਸ ਸੰਗਤ ਬਹੁਤ ਆਉਂਦੀ ਹੈ, ਬੜਾ ਲੋਕਾਂ ਦਾ ਭਲਾ ਹੋ ਰਿਹਾ ਹੈ। ਤੇ ਭਾਈ ਅਜਿੱਤੇ ਦੇ ਵੀ ਭਾਗ ਜਾਗੇ ਹੈ, ਉਹਦੇ ਵੀ ਮਨ ਵਿੱਚ ਚਾਅ ਪੈਦਾ ਹੋਇਆ ਹੈ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਬਣਨ ਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਜਿਵੇਂ ਉਹਨਾਂ ਗੁਰਸਿੱਖਾਂ ਦੇ ਮਨ ਵਿੱਚ ਸਰਦਾ ਹੈ,
ਭਾਵਨਾ ਹੈ, ਪਿਆਰ ਹੈ, ਸਾਡੇ ਮਨ ਵਿੱਚ ਵੀ ਸਰਦਾ, ਭਾਵਨਾ, ਪਿਆਰ ਗੁਰਾਂ ਪ੍ਰਤੀ ਆਵੇ। ਸੰਗਤ ਜੀ, ਭਾਈ ਬਾਬੇ ਧੰਨੇ ਜੀ ਨੇ ਤੇ ਪੱਥਰ ਤੇ ਹੀ ਸਰਦਾ ਰੱਖ ਲਈ ਸੀ, ਉਹਨੂੰ ਪੱਥਰ ਵਿੱਚੋਂ ਮਿਲ ਗਿਆ। ਸਾਡਾ ਤੇ ਸਤਿਗੁਰੂ ਜਾਗਤਾ ਹੈ ਦਿਓ। ਸਤਿਗੁਰੂ ਜੀ ਜਦੋਂ ਬੁਲਾਈਏ ਉਦੋਂ ਹੀ ਆਵਾਜ਼ ਦਿੰਦੇ, ਕਦੀ ਨਹੀਂ ਕਹਿੰਦੇ ਮੈਂ ਸੁੱਤਾ ਵਾਂ ਪਹਿਰਾ ਲਾ ਦਿਓ, ਮੈਂ ਨਹੀਂ ਹੁਣ ਕਿਸੇ ਨੂੰ ਮਿਲਣਾ। ਆ ਸੰਸਾਰੀ ਗੁਰੂ ਜਿਹੜੇ ਬਣੇ ਹੋਏ ਸਾਧ ਸੰਗਤ ਜੀ, ਇਹ ਤੇ ਕਈ ਖੇਖਣ ਕਰਦੇ ਆ, ਕਈ ਬਾਡੀਗਾਰਡ ਰੱਖੇ ਹੋਏ ਆ। ਜਿਹੜੀ ਆਪ ਦੀ ਰੱਖਿਆ ਨਹੀਂ ਕਰ ਸਕਦਾ, ਕਿਸੇ ਦਾ ਕੀ ਕਰੂਗਾ। ਗੁਰਾਂ ਦੇ ਵਾਰ ਕੀਤਾ, ਝੱਟ ਦੇਣੀ ਕੱਢ ਕੇ ਤਲਵਾਰ ਸਿਰ ਲਾ ਕੇ ਉੱਧਰ ਰੱਖਤਾ ਮਹਾਰਾਜ ਨੇ ਨਾਲ ਦੀ ਨਾਲ ਹੀ। ਸੋ ਇਸ ਵਾਸਤੇ ਸਾਡੇ ਗੁਰੂ ਜਾਗਦੇ ਨੇ, ਕਦੀ ਨਹੀਂ ਸੌਂਦੇ। ਜਦੋਂ ਮਰਜ਼ੀ ਬੇਨਤੀ ਕਰੀਏ, ਮਹਾਰਾਜ ਸਾਡਾ ਮਨ ਵਿਚਲਿਤ ਹੋ ਰਿਹਾ, ਸਾਡੀ ਬਾਂਹ ਨਹੀਂ ਕੋ ਫੜ ਰਿਹਾ, ਕਿਰਪਾ ਕਰੋ, ਉਸੇ ਵੇਲੇ ਕਹਿਣਗੇ ਆ ਸਿੱਖਾ ਸਾਡੇ ਨਾਲ ਬਾਚਨ ਕਰ। ਤੇ ਸਰਦਾ ਭਾਵਨਾ ਦੇ ਨਾਲ ਉਹ ਸਿੱਖ ਬਾਣੀ ਪੜ੍ਹੇ, ਬਾਚਨ ਕਰੇ, ਤੇ ਗੁਰੂ ਉਸੇ ਵੇਲੇ ਉਹਦੇ ਮਨ ਨੂੰ ਠੰਡਾ ਠਾਰ ਕਰ ਦਿੰਦੇ। ਸਾਰੀਆਂ ਦਾਤਾਂ ਦੇਣ ਵਾਲੇ ਸਤਿਗੁਰੂ ਸਮਰੱਥ ਹਨ, ਪਰ ਸਾਡੇ ਮਨ ਵਿੱਚ ਸਰਦਾ ਪੈਦਾ ਹੋਵੇ। ਭਾਗ ਸਰਦਾ ਨੂੰ ਲੱਗਣੇ ਆ, ਵਿਖਾਵੇ ਨੂੰ ਭਾਗ ਨਹੀਂ ਲੱਗਣੇ ਹਨ। ਸੋ ਇਸ ਵਾਸਤੇ ਗੁਰੂ ਕਿਰਪਾ ਕਰਨ, ਮਨ ਦੀ ਭਾਵਨਾ ਸਰਦਾ ਸਾਡੀ ਟਿਕ ਜਾਵੇ, ਤਾਂ ਸਾਡਾ ਇਹ ਲੋਕ ਤੇ ਪਰਲੋਕ ਦੋਵੇਂ ਲੋਕ ਸਬਰ ਜਾਣ। ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਤੋਂ ਸਮੱਤ ਬਖਸ਼ਣੀ। ਪਿਆਰ ਸਤਿਕਾਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੋਤ ਹੈ।